ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਹੋਗੇ ਸਿੱਖ ਵਿਦਵਾਨ ਪ੍ਰੋਫੈਸਰ ਸੁਖਦਿਆਲ ਸਿੰਘ ਮੌਜੂਦ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ। ਧੰਨਵਾਦ। ਸਾਡੀ ਗੱਲਬਾਤ ਦਾ ਵਿਸ਼ਾ ਜਿਹੜਾ ਪ੍ਰੋਫੈਸਰ ਸਾਹਿਬ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਵਿਚਾਲੇ ਜੋ ਕੁਝ ਚੱਲ ਰਿਹਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਜੋ ਕੁਝ ਚੱਲ ਰਿਹਾ ਉਹਦੇ ਉੱਤੇ, ਤੇ ਇਹਦੇ ਪਿੱਛੇ ਕੁਝ ਅਦਿੱਖ ਸ਼ਕਤੀਆਂ ਦੀ ਗੱਲ ਹੁੰਦੀ ਹੈ ਕਿ ਕੋਈ ਤਾਕਤ ਹੈ ਜਿਹੜੀ ਬੀਬੀ ਜਗੀਰ ਕੌਰ ਨੂੰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਦਖਲ ਅੰਦਾਜ਼ੀ ਕਰਦੀ ਹੈ, ਜਾਂ ਉਹ ਚਾਹੁੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਗੁਰਦੁਆਰੇ ਨੇ, ਜਿੰਨੇ ਗੁਰਦੁਆਰਿਆਂ ਦੇ ਥਰੂ ਸਿਆਸਤ ਹੁੰਦੀ ਹੈ, ਜਾਂ ਕਹਿ ਲਓ ਕਿ ਉਹਨਾਂ ਦੇ ਉੱਤੇ ਉਹ ਕਾਬਜ਼ ਹੋ ਜਾਣ, ਤੇ ਉਹਦੇ ਨਾਲ ਉਹ ਸ਼ਾਇਦ ਸਿੱਖ ਸਿੱਖ ਵੋਟਾਂ ਨੇ, ਜਾਂ ਕਹਿ ਲਓ ਕਿ ਸਿੱਖਾਂ ਦੇ ਉੱਤੇ ਭਾਰੂ ਪੈ ਜਾਣਗੇ ਸਿੱਖ ਸਿਆਸਤ ਦੇ ਜ਼ਰੀਏ। ਇਸ ਬਾਰੇ ਤੁਹਾਡਾ ਕੀ ਮੰਨਣਾ ਹੈ ਜੋ ਬੀਬੀ ਜਗੀਰ ਕੌਰ ਨੇ ਅੱਜ ਝੰਡਾ ਚੁੱਕਿਆ? ਸੁਖਵਿੰਦਰ, ਪਹਿਲੀ ਗੱਲ ਤਾਂ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ, ਮੇਰੇ ਸਾਹਮਣੇ ਰੱਖੀ ਹੈ, ਇਸ ਗੱਲ ਨੂੰ ਵਿਚਾਰਨ ਤੋਂ ਪਹਿਲਾਂ ਇੱਕ ਗੱਲ ਨੂੰ ਯਾਦ ਕਰੋ। ਇਹ 2022 ਦੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਆਂ, ਉਹਦੇ ਵਿੱਚ ਜਿਹੜੀ ਅਕਾਲੀ ਦਲ ਨੂੰ ਜ਼ਬਰਦਸਤ ਲੱਕ ਤੋੜਵੀਂ ਹਾਰ ਮਿਲੀ ਹੈ, ਇਹ ਉਸ ਹਾਰ ਤੋਂ ਪਿੱਛੋਂ ਪਹਿਲੀਆਂ ਚੋਣਾਂ ਨੇ ਜੀ। ਸਮਝ ਗਏ ਨਾ ਤੁਸੀਂ? 2022 ਦੇ ਵਿੱਚ ਮਾਰਚ ਵਿੱਚ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਆਂ, ਔਰ ਉਹਨਾਂ ਚੋਣਾਂ ਵਿੱਚ ਜੋ ਅਕਾਲੀ ਦਲ ਨੂੰ ਲੱਕ ਤੋੜਵੀਂ ਤੇ ਜ਼ਬਰਦਸਤ ਹਾਰ ਹੋਈ ਹੈ, ਇਹ ਉਸ ਹਾਰ ਤੋਂ ਪਿੱਛੋਂ ਇਹ ਪਹਿਲੀਆਂ ਚੋਣਾਂ ਨੇ ਜੀ। ਕੀ ਗੱਲਾਂ ਕਰਦੇ ਹੋ ਕਿ ਇਹਦੇ ਪਿੱਛੇ ਕੋਈ ਤਕੜੀ ਏਜੰਸੀ ਆ ਜਾਂ ਤਕੜੀ ਪਾਵਰ ਹੈ ਕੋਈ? ਕਿਉਂ ਜੀ? ਜੇ ਤੁਹਾਡੇ ਪੈਰਾਂ ਥੱਲੇ ਮਿੱਟੀ ਹਿਲਦੀ ਹੋਵੇ, ਇਹਦਾ ਮਤਲਬ ਹੈ ਵੀ ਉਹਦੇ ਪਿੱਛੇ ਕੋਈ ਪਾਵਰ ਹੈ ਤੇ ਕੋਈ ਏਜੰਸੀ ਹੈ। ਜੇ ਤੁਹਾਡੇ ਪੈਰ ਮਜ਼ਬੂਤ ਹੋਏ ਹੋਣ, ਫਿਰ ਤੁਸੀਂ ਕਹਿੰਦੇ ਹੋ ਗੱਲਾਂ, ਅਸੀਂ ਆਪਣੀ ਸ਼ਕਤੀ ਤੇ ਗੱਲਾਂ ਕਰਦੇ ਹਾਂ। ਹੈ ਤੁਸੀਂ ਇਹ ਤਾਂ ਸੋਚੋ ਕਿ ਤੁਹਾਡਾ ਢਾਂਚਾ ਸਾਰਾ ਹਿੱਲਿਆ ਪਿਆ। ਅਕਾਲੀ ਦਲ ਦਾ ਢਾਂਚਾ ਹੈ ਕਿੱਥੇ? ਪਹਿਲਾਂ ਮੈਨੂੰ ਤੁਸੀਂ ਇਹ ਦੱਸੋ। ਏਜੰਸੀ ਤਾਂ ਫੇਰ ਕੰਮ ਕਰੂਗੀ ਆ ਕੇ ਜੇ ਅਕਾਲੀ ਦਲ ਮਜ਼ਬੂਤ ਹੋਵੇ। ਅਕਾਲੀ ਦਲ ਦਾ ਤਾਂ ਢਾਂਚਾ ਹੀ ਨਹੀਂ ਹੈਗਾ ਇੱਥੇ ਕੋਈ। ਉਹ ਭਲੇ ਮਾਨਸੋ, ਅਕਾਲੀ ਦਲ ਭੰਗ ਹੋਇਆ ਪਿਆ। ਉਹ ਇਹਨੇ ਭੰਗ ਕੀਤਾ ਇੱਕ ਪ੍ਰਧਾਨ ਨੇ, ਜਿਹਨੂੰ ਪਤਾ ਹੀ ਨਹੀਂ ਕਿ ਅਕਾਲੀ ਦਲ ਦਾ ਸੰਵਿਧਾਨ ਹੁੰਦਾ ਕੀ ਹੈ। ਸੁਖਬੀਰ ਬਾਦਲ ਨੂੰ ਆਪਦੀਆਂ ਮਨਮਰਜ਼ੀਆਂ ਕਰੀ ਜਾਂਦਾ। ਆਪਦੀ ਮਰਜ਼ੀ ਕੀਤੀ, ਅਕਾਲੀ ਦਲ ਭੰਗ ਕਰਤਾ। ਆਪਦੀ ਮਰਜ਼ੀ ਕੀਤੀ, ਕੋਈ ਕਮੇਟੀ ਜਿਹਦੀ ਲੋੜ ਸੀ ਉਹਨੂੰ ਸੁਣਵਾਈ, ਉਹਨੂੰ ਦੁਬਾਰਾ ਗਠਿਤ ਕਰ ਲਿਆ। ਜਿਹਦੀ ਲੋੜ ਨਹੀਂ ਉਹਨੂੰ ਛੱਡੀ ਬੈਠੇ ਨੇ। ਮਤਲਬ ਕਮਾਲ ਦੀਆਂ ਗੱਲਾਂ ਨੇ। ਇਹ ਪਾਰਟੀ ਐ ਚੱਲਦੀ ਹੁੰਦੀ ਹੈ ਕਿਤੇ? ਮਤਲਬ ਅਕਾਲੀ ਦਲ ਭੰਗ ਹੋਇਆ ਪਿਆ। ਜੁਲਾਈ ਦੇ ਅਖੀਰਲੇ ਦਿਨਾਂ ਦੇ ਵਿੱਚ ਭੰਗ ਕੀਤਾ ਹੋਇਆ ਸੀ, ਅਜੇ ਤੱਕ ਭੰਗ ਹੀ ਚੱਲਦਾ ਹੈ। ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਹੜੇ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ। ਉਹ ਤਾਂ ਤੁਸੀਂ ਭੰਗ ਕਰਤਾ ਆਪਣੇ ਆਪ ਹੀ। ਡਰਦਿਆਂ ਨੇ ਵੀ ਨਾ ਰਹੇਗਾ ਬਾਂਸ, ਨਾ ਵੱਜੇਗੀ ਬੰਸਰੀ। ਅਕਾਲੀ ਦਲ ਨੂੰ ਵੀ ਭੰਗ ਕਰ ਦੋ, ਰੌਲਾ ਪਾਉਣ ਵਾਲੇ ਆਪੇ ਚੁੱਪ ਕਰ ਜਾਣਗੇ। ਗੱਲ ਸੁਖਵਿੰਦਰ, ਜਿਹੜੀ ਹਾਰ ਹੋਈ ਹੈ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ, ਇਸ ਹਾਰ ਤੋਂ ਸਬਕ ਸਿੱਖਣਾ ਚਾਹੀਦਾ ਸੀ ਅਕਾਲੀ ਲੀਡਰਸ਼ਿਪ। ਜਿਹੜੀਆਂ ਵੱਡੀਆਂ ਹਾਰਾਂ ਹੁੰਦੀਆਂ ਨੇ ਨਾ, ਛੋਟੀ ਮੋਟੀ ਹਾਰ ਦਾ ਕੋਈ ਫਰਕ ਨਹੀਂ ਪੈਂਦਾ। ਜੇ ਤੁਸੀਂ 117 ਦੇ ਵਿੱਚੋਂ 50 ਮੈਂਬਰ ਲੈ ਗਏ ਆਪਦੇ MLA, ਕੋਈ ਬਾਹਲੀ ਵੱਡੀ ਹਾਰ ਨਹੀਂ। ਈਵਨ 40 ਵੀ ਲੈ ਗਏ ਤਾਂ ਵੀ ਕੋਈ ਬਾਹਲੀ ਵੱਡੀ ਹਾਰ ਨਹੀਂ ਹੁੰਦੀ। ਕਈਆਂ ਸੀਟਾਂ ਦੇ ਤੁਸੀਂ ਥੋੜੇ ਮਾਰਜਨ ਨਾਲ ਹਾਰਦੇ ਹੁੰਦੇ ਹੋ। 30 ਤੱਕ ਵੀ ਕੋਈ ਬਾਹਲੀ ਵੱਡੀ ਹਾਰ ਨਹੀਂ ਹੁੰਦੀ। ਮਤਲਬ ਲੇਕਿਨ ਤੁਹਾਨੂੰ ਆਪਣੇ ਪਿੱਛੇ ਝਾਤੀ ਮਾਰਨ ਦੀ ਤਾਂ ਲੋੜ ਫੇਰ ਵੀ ਹੁੰਦੀ ਹੈ ਕਿ ਅਸੀਂ ਪਿੱਛੇ ਕਿਉਂ ਰਹਿ ਗਏ, ਸਰਕਾਰ ਕਿਉਂ ਨਹੀਂ ਬਣਾ ਸਕੇ। ਪਰ ਤੁਹਾਡੇ ਹੱਥ ਪੱਲੇ ਤਾਂ ਕੁਝ ਪਿਆ ਹੀ ਨਹੀਂ। 2022 ਦੀਆਂ ਚੋਣਾਂ ਵਿੱਚ ਹੱਥ ਪੱਲੇ ਹੀ ਕੁਝ ਨਹੀਂ ਪਿਆ। 3 ਕਾਣੇ ਆਏ ਨੇ। ਆਪਾਂ ਤਿੰਨ ਦੀ ਗਿਣਤੀ ਨੂੰ 3 ਕਾਣੇ ਕਹਿ ਦਿੰਦੇ ਹੁੰਦੇ ਆ। ਮਤਲਬ 3 ਕਾਣੇ ਤਾਂ ਕਹਿੰਦੇ ਆ ਕਿ ਇਹਨਾਂ ਦੀ ਕਿਸੇ ਪਾਸੇ ਵੀ ਕੋਈ ਇੰਪੋਰਟੈਂਸ ਨਹੀਂ ਹੈਗੀ 117 ਦੀ ਵਿਧਾਨ ਸਭਾ ਦੇ ਵਿੱਚ। ਮਤਲਬ ਕਾਣੇ ਤਾਂ ਨਹੀਂ ਹੈਗੇ ਐਕਚੁਅਲੀ। ਮਤਲਬ ਉਹ ਵੀ ਸਿੱਖ ਸਰਦਾਰ ਨੇ। ਮਤਲਬ ਇੱਕ ਮਜੀਠੀਆ ਦੀ ਬੇਗਮ ਸਾਹਿਬਾ ਨੇ, ਪਤਨੀ ਹੈ, ਆਪਣੇ ਇਆਲੀ ਸਾਹਿਬ ਨੇ, ਤੇ ਆਪਣੇ ਹਿੱਕ ਦੇ ਜ਼ੋਰ ਨਾਲ ਉਹ ਜਿੱਤ ਕੇ ਆਏ ਨੇ। ਇੱਕ MLA ਹੋਰ ਹੈ, ਉਹ ਵੀ ਜਿੱਤ ਕੇ ਆਇਆ। ਇਹ ਤਾਂ ਇੱਕ ਮੁਹਾਵਰਾ ਹੈ 3 ਕਾਣੇ। ਮਤਲਬ 3 ਕਾਣੇ ਦਾ ਮਤਲਬ ਹੈ ਉਹਨਾਂ ਦੀ ਕੋਈ ਇੰਪੋਰਟੈਂਸ ਨਹੀਂ, ਪਰ ਆਪਣੇ ਆਪ ਦੇ ਵਿੱਚ ਉਹਨਾਂ ਦੀ ਇੰਪੋਰਟੈਂਸ ਹੈ।
ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਕਾਲੀ ਦਲ ਨੂੰ ਇਤਨੀ ਵੱਡੀ ਹਾਰ ਤੋਂ ਸਬਕ ਸਿੱਖਣਾ ਚਾਹੀਦਾ ਸੀ, ਜਿਹੜਾ ਕਿ ਇਹਦੀ ਲੀਡਰਸ਼ਿਪ ਨੇ ਸਬਕ ਸਿੱਖਿਆ ਨਹੀਂ। ਇਹ ਜਿਵੇਂ ਕਬੂਤਰ ਬਿੱਲੀ ਦੇ ਸਾਹਮਣੇ ਆਉਣ ਤੇ ਅੱਖਾਂ ਮੀਚ ਲੈਂਦਾ ਨਾ, ਕਿ ਮੈਨੂੰ ਬਿੱਲੀ ਦਿਸ ਨਹੀਂ ਰਹੀ ਅੱਖਾਂ ਮੀਚਣ ਕਰਕੇ, ਵੀ ਹੋ ਸਕਦਾ ਮੈਂ ਵੀ ਨਾ ਬਿੱਲੀ ਨੂੰ ਦੀਨਾ ਹੋਵਾਂ। ਉਹ ਮਨ 'ਚ ਭਰਮ ਪਾਲ ਲੈਂਦਾ ਕਬੂਤਰ, ਤਾਂ ਅੱਖਾਂ ਮੀਚਦਾ ਹੈ ਕਿ ਮੈਂ ਬਿੱਲੀ ਨੂੰ ਦੇਖਣਾ ਬੰਦ ਕਰ ਦਿੱਤਾ, ਹੋ ਸਕਦਾ ਬਿੱਲੀ ਨੇ ਮੈਨੂੰ ਵੀ ਦੇਖਣਾ ਬੰਦ ਕਰ ਦਿੱਤਾ ਹੋਵੇ। ਇਹ ਮੁਹਾਵਰੇ ਦਾ ਮਤਲਬ ਇਹ ਹੈ। ਸੁਖਬੀਰ ਬਾਦਲ ਨੇ ਅੱਖਾਂ ਮੀਚ ਲਈਆਂ ਅਸਲੀਅਤ ਤੋਂ। ਅੱਖਾਂ ਕਿਹੜੀ ਅਸਲੀਅਤ ਤੋਂ ਅੱਖਾਂ ਮੀਚੀਆਂ? ਕਿ ਪਹਿਲੀ ਗੱਲ ਤਾਂ ਕੋਈ ਮੰਗੇ ਭਾਵੇਂ ਨਾ ਮੰਗੇ, ਕੋਈ ਮੰਗ ਕਰੇ ਭਾਵੇਂ ਨਾ ਮੰਗੇ, ਐਡੀ ਵੱਡੀ ਜ਼ਬਰਦਸਤ ਹਾਰ ਤੋਂ ਪਿੱਛੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੇ ਆਪ ਬਿਨਾਂ ਕਿਸੇ ਨਾਲ ਸਲਾਹ ਕੀਤੇ ਦੇ, ਬਿਨਾਂ ਦੇਰੀ ਕੀਤੇ ਦੇ ਅਸਤੀਫਾ ਦੇ ਦੇਣਾ ਚਾਹੀਦਾ ਸੀ, ਵਰਕਿੰਗ ਕਮੇਟੀ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ। ਉਹ ਕੀਤਾ ਨਹੀਂ। ਸਿੱਖ ਜਨਤਾ ਉਡੀਕਦੀ ਰਹੀ। ਅਖਬਾਰਾਂ ਵਿੱਚ ਵੀ ਇਹੋ ਜਿਹੇ ਇਸ਼ਾਰੇ ਆਉਂਦੇ ਰਹੇ ਕਿ ਸ਼ਾਇਦ ਕੱਲ ਨੂੰ ਕਰਨਗੇ ਜਾਂ 2 ਦਿਨਾਂ ਬਾਅਦ ਕਰਨਗੇ, ਜਾਂ ਫਲਾਣੇ ਬੰਦੇ ਨੂੰ ਉਡੀਕ ਰਹੇ ਨੇ, ਜੇਲ੍ਹ ਚੋਂ ਬਾਹਰ ਆ ਜਾਏ ਫੇਰ ਕਰਨਗੇ। ਉਹ ਇਉਂ ਉਡੀਕਦੇ ਰਹੇ, ਪਰ ਇਹ ਸਾਰੀਆਂ ਕਿਆਸ ਅਰਾਈਆਂ ਗਲਤ ਸਾਬਤ ਹੋ ਗਈਆਂ। ਸੁਖਬੀਰ ਬਾਦਲ ਇੱਕ ਮੂਰਖ ਪ੍ਰਧਾਨਾਂ ਵਾਂਗ ਆਪਣਾ ਸਮਾਂ ਅੱਖਾਂ ਬਿਤਾ ਕੇ ਕੱਢ ਰਿਹਾ ਸੀ। ਉਹਦਾ ਰਿਜ਼ਲਟ ਇਹ ਹੋਇਆ ਕਿ ਜਿਹੜੀ ਉਸੇ ਦੀ ਬਣਾਈ ਹੋਈ ਇੱਕ ਕੋਰ ਕਮੇਟੀ ਸੀ ਨਾ, ਇੱਕ ਕੋਰ ਕਮੇਟੀ ਨੇ ਹੀ ਉਹ ਜਿਹਨੇ ਮੁਤਾਲਿਆ ਕੀਤਾ ਸੀ ਹਾਰ ਦਾ, ਉਹਦਾ ਮਤਲਬ ਐਗਜ਼ਾਮਿਨ ਕੀਤਾ ਸੀ ਕਿ ਹਾਰ ਦੇ ਕਾਰਨ ਕੀ ਨੇ, ਕੋਰ ਕਮੇਟੀ ਸੀ ਨਾ, ਇਕਬਾਲ ਸਿੰਘ ਝੁੰਦਾ ਹੋਣਾ ਦੀ, ਇਕਬਾਲ ਸਿੰਘ ਝੁੰਦਾ ਵਾਲੀ। ਅਲਟੀਮੇਟਲੀ ਜਿਹੜੀ ਅਕਾਲੀ ਦਲ ਦੇ ਪ੍ਰਧਾਨ ਨੇ ਖੁਦ ਹੀ ਉਹ ਕੋਰ ਕਮੇਟੀ ਨਿਯਤ ਕੀਤੀ ਸੀ, ਉਹਦੀ ਡਿਊਟੀ ਲਗਾਈ ਸੀ ਕਿ ਤੁਸੀਂ ਅਕਾਲੀ ਦਲ ਦੀ ਹਾਰ ਦੇ ਕਾਰਨਾਂ ਦਾ ਮੰਥਨ ਕਰੋ। ਉਹਨੇ ਮੰਥਨ ਕਰਦੇ ਨੇ, ਜੋ ਰਿਪੋਰਟ ਪੇਸ਼ ਕੀਤੀ ਝੁੰਦਾ ਕਮੇਟੀ ਨੇ, ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀ ਇਹਨਾਂ ਗਲਤੀਆਂ ਕਰਕੇ ਅਕਾਲੀ ਦਲ ਦੀ ਹਾਰ ਹੋਈ ਹੈ। ਇਹਨਾਂ ਗਲਤੀਆਂ ਦਾ ਪਛਤਾਤਾਪ ਕਰਨ ਲਈ, ਇਹਨਾਂ ਗਲਤੀਆਂ ਤੋਂ ਸਬਕ ਸਿੱਖਣ ਲਈ ਜ਼ਰੂਰੀ ਹੈ ਕਿ ਅਕਾਲੀ ਲੀਡਰਸ਼ਿਪ ਨੂੰ ਸਟੈਪ ਡਾਊਨ ਕਰ ਜਾਣਾ ਚਾਹੀਦਾ। ਇਹ ਤਾਂ ਕਲੀਅਰ ਕੱਟ ਇੱਕ ਮੈਸੇਜ ਸੀ ਅਕਾਲੀ ਦਲ ਦੀ ਲੀਡਰਸ਼ਿਪ ਲਈ। ਇਹਨੂੰ ਵੀ ਉਹਨੇ ਭੰਬਲ ਭੁੱਸੇ 'ਚ ਪਾਤਾ ਸੁਖਬੀਰ ਬਾਦਲ ਨੇ, ਕਿਉਂਕਿ ਉਹਦੇ ਹੱਕ ਦੀ ਰਿਪੋਰਟ ਨਹੀਂ ਸੀ। ਜਿਹੜੇ ਬੰਦੇ ਸੁਖਬੀਰ ਬਾਦਲ ਨੂੰ ਫੂਕ ਛਕਾਉਂਦੇ ਰਹੇ, ਨਹੀਂ ਜੀ ਨਹੀਂ ਜੀ ਨਹੀਂ ਜੀ, ਤੁਹਾਨੂੰ ਕੋਈ ਲੋੜ ਨਹੀਂ, ਤੁਹਾਨੂੰ ਕੋਈ ਲੋੜ ਨਹੀਂ, ਉਹ ਖੁਦ ਵੀ ਹਾਰੇ ਹੋਏ ਸਨ। ਹਾਰਿਆ ਹੋਇਆ ਬੰਦਾ ਇੱਕ ਹਾਰੇ ਹੋਏ ਪ੍ਰਧਾਨ ਨੂੰ ਕੀ ਕਹੇਗਾ? ਇਹੀ ਮੱਤ ਦੇਗਾ ਨਾ, ਭਾਈ ਤੂੰ ਵੀ ਬੈਠਾ ਰਹੇ, ਅਸੀਂ ਵੀ ਬੈਠੇ ਹਾਂ, ਨਾ ਅਸੀਂ ਤੇਰੇ ਕੋਲ ਅਸਤੀਫਾ ਮੰਗਦੇ ਹਾਂ, ਨਾ ਤੂੰ ਦੇ। ਸੋ ਭਾਈ ਇਹ ਉਹਨਾਂ ਚੋਣਾਂ ਦੀ ਲੱਕ ਤੋੜਵੀਂ ਹਾਰ ਨੂੰ ਇਗਨੋਰ ਕਰਕੇ ਇਹ ਕਬੂਤਰ ਵਾਂਗੂ ਅੱਖਾਂ ਮੀਚ ਕੇ ਅਕਾਲੀ ਦਲ ਦਾ ਪ੍ਰਧਾਨ ਉਵੇਂ ਜਿਵੇਂ ਅੱਗੇ ਚੱਲਦਾ ਰਿਹਾ। ਹੌਲੀ ਹੌਲੀ ਅਕਾਲੀ ਦਲ ਦੇ ਵਿੱਚੋਂ ਵੀ ਆਵਾਜ਼ਾਂ ਉੱਠਣ ਲੱਗ ਗਈਆਂ। ਇਹਨਾਂ ਆਵਾਜ਼ਾਂ ਨੂੰ ਬੰਦ ਕਰਵਾਉਣ ਲਈ ਅਕਾਲੀ ਦਲ ਦੇ ਪ੍ਰਧਾਨ ਨੇ ਆਪ ਹੁਦਰੀ ਕਾਰਵਾਈ ਕਰਕੇ, ਗੈਰ ਸੰਵਿਧਾਨਿਕ ਕਾਰਵਾਈ ਕਰਕੇ ਅਕਾਲੀ ਦਲ ਨੂੰ ਹੀ ਭੰਗ ਕਰ ਦਿੱਤਾ। ਭਲੇ ਮਾਨਸੋ 100 ਸਾਲ ਦਾ ਇਤਿਹਾਸ, ਜ਼ਬਰਦਸਤ ਇਤਿਹਾਸ, ਸ਼ਾਨਾ ਮੱਤਾ ਇਤਿਹਾਸ ਰੱਖਣ ਵਾਲਾ ਸ਼੍ਰੋਮਣੀ ਅਕਾਲੀ ਦਲ ਤੁਸੀਂ ਭੰਗ ਦੇ ਭਾਣੇ ਭੰਗ ਕਰਤਾ। ਇੱਕ ਬੇਅਕਲ ਪ੍ਰਧਾਨ ਨੇ। ਇਹਨੂੰ ਪੁੱਛੇ ਤੈਨੂੰ ਕਿੰਨੀ ਕੁ ਅਕਲ ਹੈ, ਤੈਨੂੰ ਅਕਾਲੀ ਦਲ ਦੀ ਤੈਨੂੰ ਕਿੰਨੀ ਕੁ ਪੋਲਿਟਿਕਸ ਦੀ ਕਿੰਨੀ ਕੁ ਸਮਝ ਹੈ, ਤੈਨੂੰ ਗੁਰਬਾਣੀ ਦੀ ਕਿੰਨੀ ਕੁ ਸਮਝ ਹੈ, ਤੈਨੂੰ ਸਿੱਖ ਰਾਜਨੀਤੀ ਦੀ ਕਿੰਨੀ ਕੁ ਸਮਝ ਹੈ, ਤੇ ਆਪ ਹੁਦਰੇਪਣ ਤਰੀਕੇ ਨਾਲ ਅਕਾਲੀ ਦਲ ਭੰਗ ਕਰਤਾ। ਭੰਗ ਕਰਨ ਦਾ ਇੱਕ ਮੀਨਿੰਗ ਹੁੰਦਾ, ਭੰਗ ਕਰਨ ਦਾ ਇੱਕ ਤਰੀਕਾ ਹੁੰਦਾ, ਢੰਗ ਤਰੀਕਾ। ਭੰਗ ਜਨਰਲ ਇਜਲਾਸ ਕਰਦਾ ਹੁੰਦਾ। ਜਨਰਲ ਇਜਲਾਸ ਜਿਹੜਾ ਪ੍ਰਧਾਨ ਦੀ ਚੋਣ ਕਰਦਾ ਹੁੰਦਾ, ਉਹੀ ਜਨਰਲ ਇਜਲਾਸ ਤੋਂ ਇਜਾਜ਼ਤ ਲੈ ਕੇ ਫਿਰ ਅਕਾਲੀ ਦਲ ਨੂੰ ਭੰਗ ਕਰੀਂਦਾ ਹੁੰਦਾ। ਵਰਕਿੰਗ ਕਮੇਟੀ ਵੱਲੋਂ ਹੀ ਇਹ ਸਾਰਾ ਐਲਾਨ ਕੀਤਾ ਜਾਣਾ ਚਾਹੀਦਾ ਹੁੰਦਾ, ਇਕੱਲੇ ਪ੍ਰਧਾਨ ਵੱਲੋਂ ਨਹੀਂ। ਕਿਸੇ ਨੇ ਕੋਈ ਵੀ ਸੰਵਿਧਾਨਕ ਤਰੀਕਾ ਕੋਈ ਅਪਣਾਇਆ ਹੀ ਨਹੀਂ। ਸੁਖਬੀਰ ਬਾਦਲ ਨੇ ਆਪ ਹੁਦਰੇ ਤਰੀਕੇ ਨਾਲ ਭੰਗ ਕਰਤਾ। ਇਹ ਭਾਈ ਸੁਖਵਿੰਦਰ ਜਿਹਨੂੰ ਤੁਸੀਂ ਇਹ ਕਹਿੰਦੇ ਹੋ ਕਿ ਇਸ ਕਾਂਡ ਦੇ ਪਿੱਛੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਚੋਣ ਆ ਰਹੀ ਹੈ, ਕੋਈ ਏਜੰਸੀ ਬੈਠੀ ਹੈ। ਏਜੰਸੀਆਂ ਤਾਂ ਬਹੁਤ ਵੱਡੀਆਂ ਹੁੰਦੀਆਂ ਨੇ, ਜਿਹੜੇ ਜ਼ਬਰਦਸਤ ਪਾਰਟੀਆਂ ਨੂੰ ਵੀ ਹਿਲਾ ਦਿੰਦੀਆਂ ਨੇ। ਇਹ ਤਾਂ ਆਲਰੇਡੀ ਹਿੱਲਿਆ ਹੋਇਆ ਅਕਾਲੀ ਦਲ ਤਾਂ।
ਇਹਨੂੰ ਹਿਲਾਉਣ ਦੀ ਕੀ ਲੋੜ ਹੈ ਉਹਨਾਂ ਏਜੰਸੀਆਂ ਵਾਸਤੇ? ਇਹਦਾ ਆਪ ਹੀ ਹਿੱਲ ਗਿਆ, ਬਿਖਰਿਆ ਪਿਆ। ਦੱਸੋ ਦਾ ਸੋਈ ਮੈਨੂੰ, ਤੁਸੀਂ ਅਕਾਲੀ ਦਲ ਦਾ ਕਿਹੜਾ ਪਾਸਾ ਮਜ਼ਬੂਤ ਹੈ? ਨਾ ਇਹਦੀ ਵਰਕਿੰਗ ਕਮੇਟੀ ਮਜ਼ਬੂਤ ਹੈ, ਨਾ ਇਹਦਾ ਜਨਰਲ, ਸਾਰੇ ਭੰਗ ਕੀਤੇ ਪਏ ਨੇ। ਇੱਕ ਕੱਲਾ ਪ੍ਰਧਾਨ ਬੈਠਾ ਆਪਦੇ ਘਰ 'ਚ, ਉੱਥੇ ਬੈਠਾ, ਜਿਹੜੇ ਉਹਦੀ ਜੀ ਕਰਦੇ ਆ ਉਸੇ ਕਮੇਟੀ ਨੂੰ ਉਹ ਸਰਵਾਈਵ ਕਰ ਲੈਂਦਾ, ਜਿਹਨੂੰ ਜੀ ਕਰਦਾ ਉਸੇ ਨੂੰ ਬੁਲਾ ਲੈਂਦਾ, ਜਿਹਨੂੰ ਜੀ ਕਰਦੇ ਨੇ ਉਹਦੇ ਖਿਲਾਫ ਇੱਕ ਜਾਬਤਾ ਭੰਗ ਕਰਨ ਦੇ ਦੋਸ਼ ਲਾ ਕੇ ਉਹਨੂੰ ਸਸਪੈਂਡ ਕਰ ਦਿੰਦੇ ਨੇ, ਕਿਸੇ ਨੂੰ ਵਿੱਚੋਂ ਕੱਢ ਦਿੰਦੇ ਨੇ। ਸੋ ਕੋਈ ਏਜੰਸੀ ਨਹੀਂ ਇਹਦੇ ਪਿੱਛੇ ਹੈਗੀ, ਕੋਈ ਤਾਕਤ ਇਹਦੇ ਪਿੱਛੇ ਨਹੀਂ ਹੈਗੀ। ਇਹ ਰਾਮ ਰੌਲੇ ਪਿੱਛੇ ਅਕਾਲੀ ਦਲ ਦੀ ਜੋ ਪੱਟੀ ਮੇਸ ਕੀਤੀ ਹੈ ਇਸ ਮੂਰਖ ਲੀਡਰਸ਼ਿਪ ਨੇ, ਇਹਦੇ ਪਿੱਛੇ ਇਹ ਮੂਰਖ ਲੀਡਰਸ਼ਿਪ ਖੁਦ ਜ਼ਿੰਮੇਵਾਰ ਹੈ। ਮੈਂ ਇੱਥੇ ਇੱਕ ਗੱਲ ਮੈਂ ਜ਼ਰੂਰ ਕਹਾਂਗਾ, ਜਿਸ ਤਰ੍ਹਾਂ ਦਾ ਬੀਬੀ ਜਗੀਰ ਕੌਰ ਦਾ ਰੋਲ ਸੀ ਪਹਿਲਾਂ ਵੀ ਤਾਂ ਉਹ 3-4 ਵਾਰ ਪ੍ਰਧਾਨ ਬਣ ਚੁੱਕੀ ਹੈ ਇਸੇ ਅਕਾਲੀ ਲੀਡਰਸ਼ਿਪ ਦੇ ਵੱਲੋਂ। ਉਦੋਂ ਜਿਹੜਾ ਉਹਦਾ ਰੋਲ ਸੀ, ਧਾਮੀ ਸਾਹਿਬ ਤੋਂ ਪਹਿਲਾਂ ਵੀ ਉਹੀ ਪ੍ਰਧਾਨ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਦਾ ਕੋਈ ਰੋਲ ਅਕਾਲੀ ਦਲ ਦੇ ਵਿੱਚ ਵਧੀਆ ਰੋਲ ਨਹੀਂ ਸੀ। ਸਿੱਖ ਜਗਤ ਦੇ ਵਿੱਚ ਉਹਨਾਂ ਦੀ ਪਰਸਨੈਲਿਟੀ ਕੋਈ ਸਤਿਕਾਰੀ ਜਾਣ ਵਾਲੀ ਪਰਸਨੈਲਿਟੀ ਨਹੀਂ ਸੀ। ਠੀਕ ਹੈ ਕਿ ਅਕਾਲੀ ਦਲ ਦੇ ਤਕੜੇ ਲੀਡਰ ਸਨ ਬੀਬੀ ਜਗੀਰ ਕੌਰ, ਲੇਕਿਨ ਸਿੱਖ ਜਗਤ ਦੇ ਵਿੱਚ ਕੋਈ ਇੰਨਾ ਸਤਿਕਾਰ ਨਹੀਂ ਸੀ ਇਹਨਾਂ ਦਾ। ਕਈ ਕਾਰਨ ਸਨ ਉਸ ਸਤਿਕਾਰ ਦੇ ਨਾ ਹੋਣ ਦੇ। ਪਹਿਲਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਬੀਬੀ ਜੀ ਬਾਰੇ ਇਹ ਦੋਸ਼ ਲੱਗਦਾ ਸੀ ਕਿ ਉਹਨਾਂ ਨੇ ਆਪਣੀ ਲੜਕੀ ਦੀ ਹੱਤਿਆ ਦੇ ਵਿੱਚ ਕੋਈ ਪਾਰਟ ਪਲੇ ਕੀਤਾ। ਇਹ ਦੋਸ਼ ਲੱਗਦੇ ਸਨ। ਕਿੰਨੇ ਕੁ ਸੱਚੇ ਨੇ, ਕਿੰਨੇ ਕੁ ਨਹੀਂ ਸੱਚੇ, ਇਹਦਾ ਕੋਈ ਸਾਨੂੰ ਪਤਾ ਨਹੀਂ, ਲੇਕਿਨ ਇਹ ਦੋਸ਼ ਐਸਾ ਤਕੜਾ ਸੀ ਕਿ ਬੀਬੀ ਦੇ ਸਤਿਕਾਰ ਨੂੰ ਇਸ ਦੋਸ਼ ਨੇ ਕਾਫੀ ਸੱਟ ਮਾਰੀ ਸੀ। ਨੰਬਰ 2, ਵੱਡਾ ਕਾਰਨ ਇਹ ਸੀ ਕਿ ਉਹ ਇਸੇ ਹੀ ਬਾਦਲ ਘਰਾਣੇ ਦੀ ਵਫਾਦਾਰ ਰਹਿੰਦੀ ਆ ਰਹੀ ਸੀ, ਇਹਦੀ ਹੀ ਬੋਲੀ ਬੋਲਦੀ ਆ ਰਹੀ ਸੀ। ਇਸ ਕਰਕੇ ਬੀਬੀ ਦੀ ਕੋਈ ਪਰਸਨੈਲਿਟੀ ਇਹਨਾਂ ਚੋਣਾਂ ਦੇ ਵਿੱਚ ਖੜੇ ਹੋਣ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ, ਬੀਬੀ ਦੀ ਕੋਈ ਪਰਸਨੈਲਿਟੀ ਐਸੀ ਪਰਸਨੈਲਿਟੀ ਨਹੀਂ ਸੀ ਜਿਹੜੀ ਸਿੱਖ ਜਗਤ ਨੂੰ ਕੋਈ ਮੈਸੇਜ ਦਿੰਦੀ ਹੋਵੇ। ਲੇਕਿਨ ਹੁਣ ਇਸ ਸਮੇਂ ਜਿਸ ਮੁਕਾਮ ਤੇ ਬੀਬੀ ਬਾਦਲ ਘਰਾਣੇ ਦੀ ਲੀਡਰਸ਼ਿਪ ਦੇ ਖਿਲਾਫ ਖੜੀ ਹੋ ਕੇ ਉਹਦੇ ਹੁਕਮਾਂ ਦੀ ਅਦੂਲੀ ਕਰਕੇ ਜਿਸ ਮੁਕਾਮ ਤੇ ਬੀਬੀ ਹੁਣ ਪਹੁੰਚ ਚੁੱਕੀ ਹੈ ਅੱਜ, ਇਹਨਾਂ 2-3 ਦਿਨਾਂ ਦੇ ਵਿੱਚ, ਇਹਨੇ ਬੀਬੀ ਦੀ ਪਰਸਨੈਲਿਟੀ ਨੂੰ ਕਾਫੀ ਹੱਦ ਤੱਕ ਇੱਕ ਬਾਗੀਆਨਾ ਪਰਸਨੈਲਿਟੀ ਬਣਾ ਦਿੱਤਾ ਹੈ। ਸਿੱਖਾਂ ਨੂੰ ਪਤਾ ਲੱਗ ਗਿਆ ਹੈ, ਪਹਿਲਾਂ ਪਤਾ ਨਹੀਂ ਸੀ। ਪਹਿਲਾਂ ਸਿੱਖਾਂ ਦੇ ਮਨ 'ਚ ਸ਼ੱਕ ਸੀ, ਸੁਖਵਿੰਦਰ ਸੌਰੀ, ਕਿ ਸ਼ਾਇਦ ਬੀਬੀ ਅੜੇਗੀ ਨਹੀਂ। ਜਦੋਂ ਬੀਬੀ ਤੇ ਜ਼ੋਰ ਪਿਆ ਬਾਦਲ ਪਰਿਵਾਰ ਦਾ ਤੇ ਬੀਬੀ ਝੁਕ ਜੇਗੀ, ਸਭ ਨੂੰ ਸ਼ੱਕ ਇਹੀ ਸੀ। ਮੈਨੂੰ ਖੁਦ ਨੂੰ ਵੀ ਇਹ ਸ਼ੱਕ ਸੀ ਕਿ ਬੀਬੀ ਅੜਨ ਵਾਲੀ ਹੈ ਨਹੀਂ, ਲੇਕਿਨ ਬੀਬੀ ਨੇ ਸਾਰਾ ਪ੍ਰੈਸ਼ਰ ਝੱਲ ਲਿਆ। ਪ੍ਰੈਸ਼ਰ ਝੱਲਣ ਤੋਂ ਬਾਅਦ ਵੀ ਬੀਬੀ ਉਸੇ ਤਰ੍ਹਾਂ ਅੜੀ ਖੜੀ ਹੈ। ਬੀਬੀ ਦੀ ਇਸ ਅੜਵਾਈ ਨੇ, ਇਸ ਜਿੱਦ ਨੇ ਬੀਬੀ ਦੀ ਪਰਸਨੈਲਿਟੀ ਨੂੰ ਸਿੱਖਾਂ ਦੇ ਵਿੱਚ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਵੀ ਬੀਬੀ ਕਾਫੀ ਹੱਦ ਤੱਕ ਚੰਗੀ ਲੱਗਣ ਲੱਗ ਗਈ ਹੈ। ਮੈਂ ਉਹਦਾ ਕ੍ਰਿਟਿਕ ਸੀ, ਮੈਂ ਉਹਨੂੰ ਪਸੰਦ ਕਰਨ ਵਾਲਿਆਂ ਵਿੱਚੋਂ ਨਹੀਂ ਸੀ, ਤੇ ਮੈਂ ਮਤਲਬ ਉਹਨਾਂ ਦਾ ਕ੍ਰਿਟਿਕ ਸੀ। ਲੇਕਿਨ ਅੱਜ ਬੀਬੀ ਦੇ ਸਟੈਂਡ ਨੂੰ ਦੇਖ ਕੇ, ਬੀਬੀ ਦੀ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਜਾਣ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਬੀਬੀ ਦਾ ਸਤਿਕਾਰ ਵੱਧ ਗਿਆ ਹੈ। ਮੈਨੂੰ ਵੀ ਲੱਗਣ ਲੱਗ ਪਿਆ ਹੈ ਕਿ ਹਾਂ, ਬੀਬੀ ਦੇ ਵਿੱਚ ਕੋਈ ਦਮ ਖਮ ਹੈ। ਇੱਕ ਤਾਂ ਕਾਰਨ ਇਹ ਹੈ। ਹਾਂ ਜੀ ਜੀ ਤੁਸੀਂ ਕਹਿਣ ਲੱਗੇ ਹੋ। ਮੇਰਾ ਸਵਾਲ ਪ੍ਰੋਫੈਸਰ, ਸਵਾਲ ਲੈਂਦੇ ਜਾਇਓ ਕਿ ਇਹਦੇ ਵਿੱਚ ਜਦੋਂ ਹੁਣ ਚਲੋ ਬੀਬੀ ਜਗੀਰ ਕੌਰ ਹੋਰਾਂ ਨੇ ਬਗਾਵਤੀ ਝੰਡਾ ਕਹਿ ਲਓ ਜਾਂ ਆਪਣੀ ਪਾਰਟੀ ਨੂੰ ਮੁੜ ਪੈਰਾਂ ਸਿਰ ਕਰ ਲਈ, ਕਿਉਂਕਿ ਉਹ ਕਹਿੰਦੇ ਕਿ ਅਕਾਲੀ ਦਲ ਦੀ ਤਾਕਤ ਬਹਾਲ ਕਰਨੀ ਹੈ। ਮੈਂ ਅਕਾਲੀ ਦਲ ਦੇ ਨਾਲ ਆ, ਕੋਈ ਰੱਖੇ ਨਾ ਰੱਖੇ ਉਹ ਵੱਖਰੀ ਗੱਲ ਆ। ਪਰ ਜਦੋਂ ਗੱਲ ਕਰਦਾ ਕਿ ਇਹ ਚੋਣਾਂ ਜਿਹੜੀਆਂ ਨੇ, ਸਵਾਲ ਕਿਉਂਕਿ ਬੜੇ ਉੱਠਦੇ ਨੇ ਕਿ ਇਹ ਚੋਣਾਂ ਹੀ ਸਿਰਫ ਜਿਹੜਾ ਉਹ ਨਿਸ਼ਾਨਾ ਨਹੀਂ, ਕਿਉਂਕਿ ਜਿਹੜੀਆਂ ਪਿਛਲੇ 10-11 ਸਾਲ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ,
ਉਹਦੀ ਤਿਆਰੀ ਇਹ ਸਾਰੀ ਚੱਲ ਰਹੀ ਹੈ ਕਿ ਕੇਂਦਰ ਦੇ ਵੱਲੋਂ ਜਦੋਂ ਉਧਰੋਂ ਹਰੀ ਝੰਡੀ ਆ ਗਈ ਤੇ ਬੀਬੀ ਨੇ ਇੱਕ ਵਾਰ ਤਾਂ ਚਲੋ ਅੱਖਾਂ ਕੱਢਤੀਆਂ ਤੇ ਅਗਲੀ ਵਾਰੀ ਮੈਦਾਨ ਦੇ ਵਿੱਚ ਪੂਰਾ ਫੁੱਲ ਸਪੋਰਟ ਦੇ ਨਾਲ ਡਟਣਗੇ। ਕੋਈ ਵੀ ਹੋਵੇ, ਭਾਵੇਂ ਉਹ ਸ਼੍ਰੋਮਣੀ ਕਮੇਟੀ ਦੀ ਚੋਣ ਕੋਈ ਵੀ ਲੜਨਾ ਚਾਹੁੰਦਾ ਹੋਵੇ, ਪਰ ਇਸ ਵੇਲੇ ਬੀਬੀ ਜਗੀਰ ਕੌਰ ਨੂੰ ਅੱਗੇ ਦੇਖਿਆ ਜਾ ਰਿਹਾ ਕਿ ਉਹਨਾਂ ਨੂੰ ਮੋਹਰਾ ਬਣਾ ਕੇ ਅਕਾਲੀ ਦਲ ਬਾਦਲ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਤੁਹਾਡੇ ਵਿੱਚ ਸੰਨ ਲੱਗ ਚੁੱਕੀ ਆ। ਸ਼੍ਰੋਮਣੀ ਕਮੇਟੀ ਦੇ ਜਿਹੜੀਆਂ ਐਕਚੁਅਲ ਚੋਣਾਂ ਜਿਹਦੇ ਵਿੱਚ ਸਾਰੇ ਮੈਂਬਰ ਵੀ ਚੁਣੇ ਜਾਣੇ ਨੇ, ਉਹ ਸਾਰਾ ਕੁਝ ਹੋਣਾ, ਉਹਦੀ ਪ੍ਰਕਿਰਿਆ ਦੇ ਵਿੱਚ ਇੱਕ ਟ੍ਰੇਲਰ ਵਜੋਂ ਦੇਖਿਆ ਜਾ ਰਿਹਾ। ਸੁਖਵਿੰਦਰ, ਜਿੱਥੇ ਚੋਣਾਂ ਦੀ ਗੱਲ ਆਉਂਦੀ ਹੈ, ਪਰਚੀ ਵਾਲੀਆਂ ਚੋਣਾਂ ਦੀ, ਉੱਥੇ ਹਰ ਧਿਰ ਆਪਣਾ ਆਪਣਾ ਪਾਰਟ ਪਲੇ ਕਰਦੀ ਹੈ। ਕੋਈ ਵੀ ਧਿਰ ਪਾਰਟ ਪਲੇ ਕਰ ਸਕਦੀ ਹੈ, ਪਰਦੇ ਦੇ ਪਿੱਛੇ ਰਹਿ ਕੇ ਵੀ ਕਰ ਸਕਦੀ ਹੈ। ਇਹਦੇ 'ਚ ਕਿਸੇ ਦਾ ਕੋਈ ਦੋਸ਼ ਨਹੀਂ, ਕੋਈ ਮਾੜੀ ਗੱਲ ਨਹੀਂ ਹੈਗੀ। ਸੈਂਟਰ ਗਵਰਨਮੈਂਟ ਨੇ ਇਹ ਚੋਣਾਂ ਕਰਵਾਉਣੀਆਂ ਹੁੰਦੀਆਂ ਨੇ। ਮਤਲਬ ਜਿਹੜੀਆਂ ਸਰਕਾਰਾਂ ਇਹਦੇ ਵਿੱਚ ਸ਼ਾਮਲ ਨੇ, ਉਹਨਾਂ ਨੇ ਇਹਨਾਂ ਚੋਣਾਂ ਦੇ ਵਿੱਚ ਪਾਰਟ ਪਲੇ ਕਰਨਾ ਹੀ ਕਰਨਾ ਹੈ, ਕਿਉਂਕਿ ਗੁਰਦੁਆਰਾ ਜਿਹੜਾ ਐਕਟ ਹੈ 1925 ਵਾਲਾ ਸਰਕਾਰੀ ਐਕਟ ਹੈ। ਸਰਕਾਰਾਂ ਵੱਲੋਂ ਪਾਸ ਕੀਤਾ ਗਿਆ ਸੀ। ਇਹ ਸਰਕਾਰਾਂ ਹੀ ਇਹਦਾ ਪ੍ਰਬੰਧ ਕਰਦੀਆਂ ਨੇ ਚੋਣਾਂ ਕਰਵਾਉਣ ਦਾ। ਜੇ ਤੁਸੀਂ ਇਹ ਕਹੋ ਕਿ ਸਰਕਾਰਾਂ ਕੋਈ ਆਪਣਾ ਪਾਰਟ ਪਲੇ ਵੀ ਨਾ ਕਰਨ, ਇਹ ਤਾਂ ਗਲਤ ਗੱਲ ਹੈ। ਡੈਮੋਕ੍ਰੈਟਿਕ ਢਾਂਚੇ ਦੇ ਵਿੱਚ ਹਰ ਧਿਰ ਨੂੰ ਜ਼ਰੂਰ ਹੱਕ ਹੈ ਆਪਣਾ ਕੋਈ ਨਾ ਕੋਈ ਪਾਰਟ ਪਲੇ ਕਰਨ ਦੀ। ਸੈਂਟਰ ਗਵਰਨਮੈਂਟ ਵੀ ਕਰੇਗੀ। ਅਕਾਲੀ ਦਲ ਦੀ ਸਰਕਾਰ ਕਿਹੜਾ ਕਰਦੀ ਨਹੀਂ ਰਹੀ ਹੁਣ ਤੱਕ। ਹਰ ਚੋਣਾਂ ਵੇਲੇ ਜਦੋਂ ਪਹਿਲੀਆਂ ਜਿਹੜਾ ਚੋਣਾਂ ਹੋਈਆਂ ਨੇ, ਮੈਂ ਤੁਹਾਨੂੰ ਦੱਸਾਂ, ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਨੇ, ਮੈਂ ਕਈ ਵਾਰ ਆਪਦੀ ਚੋਣ ਬਣਵਾ ਕੇ ਹਟ ਗਿਆ। ਜਿੰਨੀ ਵਾਰ ਮੈਂ ਵੋਟ ਪਾਉਣ ਜਾਂਦਾ ਸੀ ਗੁਰਦੁਆਰਾ ਚੋਣਾਂ ਦੇ ਵਿੱਚ, ਉੱਥੇ ਮੇਰਾ ਨਾਂ ਨਹੀਂ ਸੀ ਹੁੰਦਾ। ਪੱਕਾ ਸਿੱਖ ਹਾਂ ਮੈਂ। ਕਿਹੜੀ ਘਾਟ ਹੈ ਮੇਰੇ 'ਚ ਵੀ ਮੈਂ ਸਿੱਖ ਨਹੀਂ ਹਾਂ? ਮੈਂ ਪੁੱਛਦਾ ਸੀ ਮੇਰਾ ਨਾਂ ਕਿਉਂ ਨਹੀਂ? ਪਤਾ ਨਹੀਂ ਜੀ ਤੁਹਾਡਾ ਨਾਂ ਕਿਉਂ ਨਹੀਂ, ਸਾਡੇ ਕੋਲ ਤਾਂ ਜਿਹੜੀ ਲਿਸਟ ਹੈ ਇਹਦੇ 'ਚ ਤੁਹਾਡਾ ਨਾਂ ਹੈ ਹੀ ਨਹੀਂ। ਮੈਂ ਕਦੇ ਵੀ ਜਿਹੜਾ ਗੁਰਦੁਆਰਾ ਚੋਣਾਂ ਹੋਈਆਂ ਨੇ, ਮੈਂ ਕਦੇ ਵੀ 60 ਲੱਖ ਤੋਂ ਵੱਧ ਵੋਟਰ ਵਧਿਆ ਹੋਇਆ ਨਹੀਂ ਦੇਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ। ਕਦੇ ਨਹੀਂ ਮੈਂ ਇਸ ਤੋਂ ਵੱਧ ਵਧਿਆ ਹੋਇਆ ਦੇਖਿਆ। ਆਬਾਦੀ ਸਿੱਖਾਂ ਦੀ 2.5 ਕਰੋੜ ਤੋਂ ਵੀ ਵੱਧ ਹੈ। ਜੇ 2.5 ਕਰੋੜ ਦੀ ਆਬਾਦੀ ਵਿੱਚੋਂ, ਜਾਂ ਚਲੋ ਬਾਕੀ 30-40 ਲੱਖ ਤਾਂ ਤੁਸੀਂ ਬਾਹਰ ਸਮਝ ਲਓ, ਜੇ ਆਪਾਂ 2 ਕਰੋੜ, 2.25 ਕਰੋੜ ਵੀ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ ਮੰਨ ਲਈਏ, ਤੇ ਇਹਦੇ ਵਿੱਚੋਂ ਸਿਰਫ 60 ਲੱਖ ਵੋਟਰ ਹੀ ਵੋਟਰ ਬਣਨ ਦੇ ਮਤਲਬ ਯੋਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ। ਬਾਕੀ ਕਿੱਧਰ ਗਿਆ ਹੈ? ਗੱਲ ਇਹ ਹੈ ਕਿ ਜਦੋਂ ਡੈਮੋਕ੍ਰੈਟਿਕ ਢਾਂਚਾ ਤੁਸੀਂ ਅਡਾਪਟ ਕਰਦੇ ਹੋ, ਉਸ ਢਾਂਚੇ ਵਿੱਚ ਤਾਂ ਭਾਈ ਹਰੇਕ ਧਿਰ ਨੂੰ ਆਪਣਾ ਪਾਰਟ ਪਲੇ ਕਰਨ ਦਾ ਅਧਿਕਾਰ ਹੈ। ਸੈਂਟਰ ਗਵਰਨਮੈਂਟ ਕਿਉਂ ਨਹੀਂ ਪਾਰਟ ਪਲੇ ਕਰੇਗੀ? ਕਿਉਂ ਨਹੀਂ ਕੋਈ ਉਹ ਕੋਸ਼ਿਸ਼ ਕਰੇਗੀ ਅਸੀਂ ਆਪਣੇ ਗਰੁੱਪ ਨੂੰ ਲੈ ਕੇ ਆਈਏ, ਅਸੀਂ ਆਪਣੇ ਗਰੁੱਪ ਨੂੰ ਲੈ ਕੇ ਆਈਏ? ਤੁਹਾਡਾ ਹੀ ਇਕੱਲਾ ਦਾ ਅਧਿਕਾਰ ਹੈ ਕਿ ਤੁਹਾਡੀ ਹੀ ਪਾਰਟੀ ਇੱਥੇ ਰਹੇ। ਮਤਲਬ ਇਹ ਤਾਂ ਗੱਲ ਹੋ ਨਹੀਂ ਸਕਦੀ। ਹਾਂ, ਅਕਾਲੀ ਦਲ ਨੇ ਪੂਰੀ ਆਜ਼ਾਦੀ ਨਾਲ ਹੁਣ ਤੱਕ ਚੋਣਾਂ ਲੜੀਆਂ ਨੇ, ਪੂਰੀ ਆਜ਼ਾਦੀ ਨਾਲ। ਜਿਹੜੇ ਸੈਂਟਰ ਨੂੰ ਇਹ ਹੁਣ ਕਹਿੰਦੇ ਨੇ ਨਾ ਕਿ ਕੋਈ ਪਾਰਟ ਪਲੇ ਕਰੇਗਾ, ਅਗਲੀਆਂ ਚੋਣਾਂ ਆਉਣ ਵਾਲੀਆਂ ਨੇ, ਹੁਣ ਬੀਬੀ ਜਗੀਰ ਕੌਰ ਦੇ ਪਿੱਛੇ ਉਹ ਸੈਂਟਰ ਖੜਾ, ਉਹੀ ਬੀਜੇਪੀ ਹੈ, ਉਹੀ ਆਰਐਸਐਸ ਹੈ, ਜਿਹਦੇ ਨਾਲ ਤੁਸੀਂ 25 ਸਾਲਾਂ ਤੋਂ ਪਿੱਛੋਂ ਇੱਕ ਘਿਓ ਖਿਚੜੀ ਬਣੇ ਆ ਰਹੇ ਸੀ, ਘਿਓ ਖਿਚੜੀ ਵਾਂਗ ਇਕੱਠੇ ਹੋਏ ਆ ਰਹੇ ਸੀ, ਜਿਹਦੇ ਬਗੈਰ ਤੁਸੀਂ ਸਾਹ ਨਹੀਂ ਸੀ ਲੈਂਦੇ। ਉਹਨੂੰ ਲੋੜ ਤੋਂ ਵੱਧ ਨੁਮਾਇੰਦਗੀ ਦਿੰਦੇ ਆ ਰਹੇ ਸੀ ਇੱਥੇ ਬੀਜੇਪੀ ਨੂੰ ਪੰਜਾਬ ਦੇ ਵਿੱਚ। ਫਿਰ ਜਿਹੜੇ ਜਿੱਤ ਕੇ ਆਉਂਦੇ ਸੀ ਐਮਐਲਏ, ਉਹਨਾਂ ਐਮਐਲਏ ਦੇ ਵਿੱਚੋਂ ਜਦੋਂ ਵਜ਼ਾਰਤ ਵਿੱਚ ਵਜ਼ੀਰ ਲਏ ਜਾਂਦੇ ਸੀ, ਲੋੜ ਤੋਂ ਵੱਧ ਨੁਮਾਇੰਦਗੀ ਦਿੱਤੀ ਜਾਂਦੀ ਸੀ ਉਹਨਾਂ ਨੂੰ। ਲੋੜ ਤੋਂ ਵੱਧ ਵਧੀਆ ਡਿਪਾਰਟਮੈਂਟ ਉਹਨਾਂ ਨੂੰ ਵਜ਼ਾਰਤ ਵਿੱਚ ਦਿੱਤੇ ਜਾਂਦੇ ਸੀ। ਹਾਲਾਂਕਿ ਲੋੜ ਤੋਂ ਵੱਧ ਸਾਨੂੰ ਸੈਂਟਰ ਦੇ ਵਿੱਚ ਕਦੇ ਵੀ ਨੁਮਾਇੰਦਗੀ ਨਹੀਂ ਮਿਲੀ ਵਜ਼ਾਰਤ ਦੇ ਵਿੱਚ। ਇੱਕ ਪੂਰਾ ਮੰਤਰੀ, ਇੱਕ ਅੱਧਾ ਮੰਤਰੀ, ਇਹ ਹੁੰਦਾ ਰਿਹਾ ਸੀ। ਔਰ ਸਾਡੇ ਜਿਹੜੇ ਮਹਿਕਮੇ ਮਿਲੇ ਨੇ ਸਾਡੇ ਪੂਰੇ ਮੰਤਰੀ ਨੂੰ, ਉਹ ਮਹਿਕਮੇ ਮਿਲਦੇ ਰਹੇ ਨੇ ਜਿਨ੍ਹਾਂ ਦੀ ਕੋਈ ਇੰਪੋਰਟੈਂਸ ਨਹੀਂ ਸੀ। ਤੁਸੀਂ ਯਾਦ ਰੱਖੋ 47 ਦੇ ਵੇਲੇ ਡਿਫੈਂਸ ਮਿਨਿਸਟਰੀ ਰਿਜ਼ਰਵ ਰੱਖੀ ਹੋਈ ਸੀ ਅੰਗਰੇਜ਼ਾਂ ਵੱਲੋਂ ਕਿ ਇਹ ਸਿੱਖ ਸਰਦਾਰ ਨੂੰ ਹੀ ਮਿਲੇਗੀ, ਡਿਫੈਂਸ ਮਿਨਿਸਟਰੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਕ ਸਿੱਖ ਸਰਦਾਰ ਇੰਡੀਅਨ ਮਿਲਟਰੀ ਦੇ ਵਿੱਚ ਬਹੁਤ ਤਕੜਾ ਰੋਲ ਅਦਾ ਕਰ ਸਕਦਾ ਮਿਨਿਸਟਰ ਬਣ ਕੇ। ਸਰਦਾਰ ਬਲਦੇਵ ਸਿੰਘ ਸੀ ਪਹਿਲਾਂ, ਫਿਰ ਸਰਦਾਰ ਸਵਰਨ ਸਿੰਘ ਵੀ ਡਿਫੈਂਸ ਮਿਨਿਸਟਰ ਰਹੇ ਨੇ ਕਾਫੀ ਚਿਰ। ਜੇ ਡਿਫੈਂਸ ਮਿਨਿਸਟਰੀ ਖੋ ਕੇ ਕੋਈ ਹੋਰ ਡਿਪਾਰਟਮੈਂਟ ਮਿਲਿਆ ਤਾਂ ਰੇਲਵੇ ਡਿਪਾਰਟਮੈਂਟ ਵਰਗਾ ਵੀ ਡਿਪਾਰਟਮੈਂਟ ਮਿਲਦਾ ਰਿਹਾ ਸਿੱਖ ਵਜ਼ੀਰ ਨੂੰ, ਹੋਮ ਡਿਪਾਰਟਮੈਂਟ ਵੀ ਸਿੱਖ ਵਜ਼ੀਰ ਨੂੰ ਮਿਲਦਾ ਰਿਹਾ। ਇਹਨਾਂ ਅਕਾਲੀਆਂ ਨੂੰ ਤਾਂ ਕੋਈ ਇਹੋ ਜਿਹਾ ਇੰਪੋਰਟੈਂਟ ਡਿਪਾਰਟਮੈਂਟ ਮਿਲਿਆ ਹੀ ਨਹੀਂ।
ਜਦੋਂ ਮੁਰਾਰਜੀ ਦੇਸਾਈ ਦੇ ਵਿੱਚ ਪਹਿਲੀ ਵਾਰ ਬਾਦਲ ਸਾਹਿਬ ਨੂੰ ਮਿਨਿਸਟਰ ਲਿਆ ਗਿਆ, ਤੁਹਾਨੂੰ ਪਤਾ ਹੈ ਨਾ, ਬਾਦਲ ਸਾਹਿਬ ਨੂੰ ਮਿਨਿਸਟਰ ਲਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁਰਾਰਜੀ ਦੇਸਾਈ ਨੇ। ਸੰਚਾਰ ਵਿਭਾਗ ਦਿੱਤਾ ਸੀ। 2 ਦਿਨ ਤਾਂ ਬਾਦਲ ਸਾਹਿਬ ਨੂੰ ਸਮਝ ਹੀ ਨਹੀਂ ਆਈ ਸੰਚਾਰ ਵਿਭਾਗ ਦਾ ਮਤਲਬ ਕੀ ਹੁੰਦਾ, ਸਾਨੂੰ ਵੀ ਸਮਝ ਨਹੀਂ ਆਈ ਸੰਚਾਰ ਹੁੰਦਾ ਕੀ ਹੈ। ਫਿਰ ਪੁੱਛ ਕੇ ਪਤਾ ਲੱਗਿਆ ਕਿ ਇਹਦਾ ਟੈਲੀਕਮਿਊਨੀਕੇਸ਼ਨ ਹੁੰਦੀ ਹੈ, ਡਿਪਾਰਟਮੈਂਟ ਹੁੰਦਾ ਹੈ। ਉਹ ਇੱਕ ਦਿਨ ਵੀ ਬਾਦਲ ਸਾਹਿਬ ਉਹਦਾ ਪ੍ਰਬੰਧ ਸੰਭਾਲਣ ਲਈ ਡਿਪਾਰਟਮੈਂਟ 'ਚ ਨਹੀਂ ਗਏ। ਅਖੀਰ ਨੂੰ ਕਹਿ ਕਹਾ ਕੇ ਵੱਡੇ ਬਾਦਲ ਸਾਹਿਬ ਨੇ, ਜਿਹੜੇ ਇਹਨਾਂ ਦੇ ਦੋਸਤ ਮਿੱਤਰ ਸਨ, ਆਪਦਾ ਡਿਪਾਰਟਮੈਂਟ ਬਦਲਵਾਇਆ, ਖੇਤੀਬਾੜੀ ਡਿਪਾਰਟਮੈਂਟ ਲਿਆ। ਉੱਥੇ ਵੀ ਜੀ ਨਹੀਂ ਲੱਗਿਆ। ਛੇਤੀ ਹੀ ਉੱਥੋਂ ਅਸਤੀਫਾ ਦੇ ਕੇ ਪਾਰਲੀਮੈਂਟ ਤੋਂ ਉਹ ਪੰਜਾਬ ਦੇ ਵਿੱਚ ਆ ਗਏ, ਪੰਜਾਬ ਦਾ ਮੁੱਖ ਮੰਤਰੀ ਬਣ ਕੇ ਬੈਠ ਗਏ। ਉੱਥੇ ਸੁਰਜੀਤ ਸਿੰਘ ਬਰਨਾਲਾ ਖੇਤੀਬਾੜੀ ਤੇ ਇਰੀਗੇਸ਼ਨ ਮਿਨਿਸਟਰ ਬਣ ਗਿਆ ਸੀ। ਸੋ ਭਾਈ, ਐਡੀ ਵੱਡੀ ਇੰਪੋਰਟੈਂਟ ਪੋਜੀਸ਼ਨ ਤੋਂ ਜਿਹੜਾ ਅਕਾਲੀ ਵਜ਼ੀਰ ਸੀ, ਗਿਰਦਾ ਫੂਡ ਪ੍ਰੋਸੈਸਿੰਗ ਮਿਨਿਸਟਰੀ ਦੇ ਲੈਵਲ ਤੱਕ ਆ ਗਿਆ। ਮਤਲਬ ਜਿਹੜੀ ਪਾਰਟੀ ਨੂੰ ਇਹ ਦੋਸ਼ ਲਾ ਰਹੇ ਨੇ, ਉਸੇ ਪਾਰਟੀ ਨਾਲ ਇਹ ਘਿਓ ਖਿਚੜੀ ਹੋ ਕੇ ਪਿਛਲੇ 25 ਸਾਲਾਂ ਤੋਂ ਚੱਲਦੇ ਆ ਰਹੇ ਨੇ। ਹੁਣ ਉਹਨੂੰ ਦੋਸ਼ ਦੇਈ ਜਾ ਰਹੇ ਨੇ। ਭਾਈ, ਜੇ ਉਹ ਪਹਿਲਾਂ ਚੰਗੀ ਸੀ, ਹੁਣ ਮਾੜੀ ਕਿਵੇਂ ਬਣ ਗਈ? ਜੇ ਹੁਣ ਵੀ ਮਾੜੀ ਆ ਤਾਂ ਪਹਿਲਾਂ ਵੀ ਮਾੜੀ ਸੀ। ਇਹ ਤੁਸੀਂ ਸਿੱਟੇ ਭੁਗਤੋ। ਜੋ ਹਾਲ ਸੁਖਵਿੰਦਰ, ਮੈਂ ਥੋੜਾ ਜਿਹਾ ਪਿੱਛੇ ਜਾ ਕੇ ਇਹ ਗੱਲ ਫੇਰ ਕਹਿਣਾ, ਜਿਸ ਤਰ੍ਹਾਂ ਦਾ ਹਾਲ ਅਕਾਲੀ ਦਲ ਦਾ ਬੀਜੇਪੀ ਦੇ 25 ਸਾਲਾਂ ਦੇ ਅਲਾਇੰਸ ਦੇ ਸਿੱਟੇ ਦੇ ਤੌਰ ਤੇ ਹੋਇਆ ਹੈ, ਇੰਨਾ ਬੁਰਾ ਹਾਲ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਹੀਂ ਹੁੰਦਾ। ਰਿਜ਼ਲਟ ਇਹ ਹੋਣਾ ਚਾਹੀਦਾ ਸੀ ਕਿ ਅਕਾਲੀ ਦਲ ਦੀਆਂ ਸਾਰੇ ਮਸਲੇ ਹੱਲ ਹੋਏ ਪਏ ਹੋਣੇ ਚਾਹੀਦੇ ਸੀ। ਇਹਨਾਂ 25 ਸਾਲਾਂ ਦੇ ਵਿੱਚ ਕੋਈ ਮਸਲਾ ਰਹਿਣਾ ਨਹੀਂ ਸੀ ਚਾਹੀਦਾ ਪੰਜਾਬ ਦਾ, ਨਾ ਸਿੱਖਾਂ ਦਾ, ਲੇਕਿਨ ਕੋਈ ਵੀ ਮਸਲਾ ਨਹੀਂ ਹੱਲ ਹੋਇਆ। ਮਤਲਬ ਸਿੱਖਾਂ ਦਾ ਮਸਲਾ ਵੀ ਕੋਈ ਹੱਲ ਨਹੀਂ ਹੋਇਆ। ਇਹ ਸਿੱਖਾਂ ਦੇ ਮਸਲੇ ਦੀ ਗੱਲ ਮੈਂ ਅੱਗੇ, ਜੋ ਤੁਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕਰੋਗੇ, ਮੈਂ ਉਦੋਂ ਕਰਾਂਗਾ। ਇਹ ਭਾਵੇਂ ਤੁਸੀਂ ਮੈਨੂੰ ਸਵਾਲ ਤੇ ਯਾਦ ਕਰਾ ਦਿਓ। ਸੋ ਗੱਲ ਇਹ ਹੈ, ਸੈਂਟਰ ਗਵਰਨਮੈਂਟ ਨੂੰ ਉਨਾ ਹੀ ਹੱਕ ਹੈ ਪਾਰਟ ਪਲੇ ਕਰਨ ਦਾ ਗੁਰਦੁਆਰਾ ਚੋਣਾਂ ਦੇ ਵਿੱਚ, ਜਿੰਨਾ ਹੱਕ ਸ਼੍ਰੋਮਣੀ ਅਕਾਲੀ ਦਲ ਨੂੰ ਹੈ, ਜਿੰਨਾ ਹੱਕ ਕਿਸੇ ਸਿੱਖ ਜਥੇਬੰਦੀ ਨੂੰ ਹੈ। ਮੈਂ ਤਾਂ ਇਹ ਸਮਝਦਾ, ਜਿਹੜੇ ਕਾਂਗਰਸੀ ਸਿੱਖ ਨੇ, ਜਿਹੜੇ ਬੀਜੇਪੀ ਦੇ ਵਿੱਚ ਸਿੱਖ ਨੇ, ਈਵਨ ਜਿਹੜੇ ਕਾਮਰੇਡ ਸਿੱਖ ਨੇ ਜਾਂ ਕਿਸੇ ਹੋਰ ਪਾਰਟੀ ਦੇ ਸਿੱਖ ਨੇ, ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਵੀ ਉਤਨਾ ਹੀ ਹੱਕ ਹੈ ਇੱਕ ਸਿੱਖ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦਾ। ਇਹ ਇਕੱਲੇ ਅਕਾਲੀ ਦਲ ਨੂੰ ਅਧਿਕਾਰ ਨਹੀਂ ਦਿੱਤਾ ਹੋਇਆ। ਅਕਾਲੀ ਦਲ ਨੂੰ ਤਾਂ ਅਧਿਕਾਰ ਇਕੱਲੇ ਸਿੱਖਾਂ ਨਹੀਂ ਦਿੱਤਾ ਹੋਇਆ। ਇਹਨਾਂ ਨੇ ਮੱਲੋ ਮੱਲੀ ਆਪਣਾ ਅਧਿਕਾਰ ਬਣਾ ਲਿਆ ਕਿ ਸਾਨੂੰ ਇਕੱਲਿਆਂ ਨੂੰ ਹੀ ਅਧਿਕਾਰ ਹੈ। ਹਾਲਾਂਕਿ ਇਹ ਧਰਮ ਤੋਂ ਡਿਗੇ ਹੋਏ ਨੇ, ਧਰਮ ਦੇ ਨੇੜੇ ਤੇੜੇ ਵੀ ਨਹੀਂ ਹਨ। ਹਾਲਾਂਕਿ ਇਹਨਾਂ ਨਾਲੋਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਸਿੱਖ ਐਮਐਲਏ ਨੇ, ਜਿਹੜੇ ਸਿੱਖ ਵਜ਼ੀਰ ਨੇ, ਕਾਂਗਰਸ ਦੇ ਵਿੱਚ ਵੀ ਅਨੇਕਾਂ ਸਿੱਖ ਐਮਐਲਏ ਨੇ, ਸਿੱਖ ਵਜ਼ੀਰ ਨੇ, ਜਿਨ੍ਹਾਂ ਦਾ ਸਿੱਖੀ ਕਰੈਕਟਰ ਦੇ ਤੋਂ ਕਿਤੇ ਜ਼ਿਆਦਾ ਉੱਚਾ ਹੈ। ਸੋ ਡੈਮੋਕ੍ਰੇਟਿਕ ਢਾਂਚੇ ਦੇ ਵਿੱਚ ਹਰ ਪਾਰਟੀ ਦੇ ਸਿੱਖ ਨੂੰ, ਹਰ ਧੜੇ ਦੇ ਸਿੱਖ ਨੂੰ ਅਧਿਕਾਰ ਹੈ। ਭਾਈ ਸੁਖਵਿੰਦਰ, ਕੱਲ ਨੂੰ ਚੋਣਾਂ ਆਉਣੀਆਂ ਤਾਂ ਹੈਗੀਆਂ ਸ਼੍ਰੋਮਣੀ ਕਮੇਟੀ ਦੀਆਂ, ਸਾਲ ਡੇਢ ਸਾਲ ਰਹਿ ਗਿਆ, ਇਹ ਵੀ ਲੇਟ ਨੇ। ਤੇ ਬਈ ਹਰ ਧੜੇ ਨੇ ਆਪਣੇ ਉਮੀਦਵਾਰ ਨੂੰ ਮਜ਼ਬੂਤ ਕਰਨਾ ਤੇ ਆਪਣੇ ਧੜੇ ਨੂੰ ਮਜ਼ਬੂਤ ਕਰਨਾ। ਅਗਰ ਉਹ ਧੜਾ ਬੀਬੀ ਜਗੀਰ ਕੌਰ ਦੇ ਪਿੱਛੇ ਖੜ ਕੇ ਕੁਝ ਕੰਮ ਕਰ ਰਿਹਾ, ਉਹਦਾ ਅਧਿਕਾਰ ਹੈ। ਭਾਈ, ਤੁਸੀਂ ਕਿਉਂ ਆਪਣੀ ਪੋਜੀਸ਼ਨ ਖਰਾਬ ਕੀਤੀ ਹੈ? ਚੋਣਾਂ 'ਚ ਹਾਰ ਕੇ, ਲੋਕਾਂ ਤੋਂ ਮਖੌਲ ਕਰਵਾ ਕੇ ਤੁਸੀਂ ਆਪਣੇ ਪੋਜੀਸ਼ਨ ਮਜ਼ਬੂਤ ਕਰੋ, ਆਪਣੇ ਪੈਰ ਮਜ਼ਬੂਤ ਕਰੋ। ਬੀਬੀ ਜਗੀਰ, ਜਿੰਨੇ ਤੁਸੀਂ ਮਜ਼ਬੂਤ ਹੋਵੋਗੇ, ਬੀਬੀ ਜਗੀਰ ਕੌਰ ਉਨੀ ਕਮਜ਼ੋਰ ਹੋਊਗੀ। ਮੇਰੇ ਮਨ 'ਚ ਜਿਹੜਾ ਹਰਜਿੰਦਰ ਸਿੰਘ ਧਾਮੀ ਦਾ ਬਹੁਤ ਸਤਿਕਾਰ ਹੈ। ਮੈਂ ਉਹਨਾਂ ਦਾ ਸਤਿਕਾਰ ਕਰਦਾ ਬੀਬੀ ਜਗੀਰ ਕੌਰ ਨਾਲੋਂ ਜ਼ਿਆਦਾ। ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਬੀਬੀ ਜਗੀਰ ਕੌਰ ਦਾ ਤਾਂ ਸਤਿਕਾਰ ਮੇਰੇ ਮਨ 'ਚ ਹੁਣ ਹੋਣ ਲੱਗਿਆ। ਪਹਿਲਾਂ ਸਤਿਕਾਰ ਨਹੀਂ ਸੀ। ਮੇਰੇ ਮਨ 'ਚ ਸਤਿਕਾਰ ਪਿਛਲੇ ਸਾਲ ਤੋਂ ਹੀ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਹੈ, ਕਿਉਂਕਿ ਉਹ ਪੜ੍ਹੇ ਲਿਖੇ ਨੇ, ਗੁਰਸਿੱਖ ਨੇ, ਸਮਝਦਾਰ ਨੇ। ਸਾਨੂੰ ਬਹੁਤ ਵੱਡੀਆਂ ਉਮੀਦਾਂ ਸੀਆਂ ਕਿ ਇੱਕ ਪੜ੍ਹਿਆ ਲਿਖਿਆ, ਇੱਕ ਵਕੀਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਹੈ, ਇਹਨੇ ਪ੍ਰਬੰਧ ਨੂੰ ਬਹੁਤ ਵਧੀਆ ਚਲਾਉਣਾ ਹੈ। ਖੈਰ, ਇਹਦੇ ਪ੍ਰਬੰਧ ਦੀ ਕੰਟਰੋਵਰਸੀ ਕੋਈ ਨਹੀਂ ਹੋਈ। ਬਲ ਇਸ ਗੱਲ 'ਚ ਤਾਂ ਕੋਈ ਇੱਕ ਰਾਏ ਹੀ ਹੈ ਸਭ ਦੀ ਕਿ ਧਾਮੀ ਸਾਹਿਬ ਦੇ 1 ਸਾਲ ਦੇ ਪ੍ਰਬੰਧ ਵਿੱਚ ਕੋਈ ਕੰਟਰੋਵਰਸੀ ਕ੍ਰੀਏਟ ਨਹੀਂ ਹੋਈ। ਲੇਕਿਨ ਇਹਨਾਂ ਨੇ ਕੋਈ ਮਾਰ ਕੇ ਦੀ ਗੱਲ ਕਰਕੇ ਵੀ ਨਹੀਂ ਦਿਖਾਈ। ਧਾਮੀ ਸਾਹਿਬ ਨੇ, ਜਿਵੇਂ ਵਕੀਲ ਸਨ, ਪੜ੍ਹੇ ਲਿਖੇ ਸਨ, ਇਹਨਾਂ ਨੇ ਕੋਈ ਵੱਖਰਾ ਪਾਰਟ ਪਲੇ ਅਦਾ ਕਰਕੇ ਨਹੀਂ ਦਿਖਾਇਆ।
ਸੋ ਧਾਮੀ ਸਾਹਿਬ ਇਉਂ ਲੱਗਦਾ ਹੈ ਜਿਸ ਤਰੀਕੇ ਨਾਲ ਉਹ ਚੱਲ ਰਹੇ ਨੇ ਕਿ ਜਿਵੇਂ ਲੜਾਈ ਵਾਲੀ ਉਹਨਾਂ ਦੀ ਨੇਚਰ ਹੈ ਨਹੀਂ, ਲੜਾਈ ਲੜਨ ਵਾਲੀ ਉਹਨਾਂ ਦੀ ਨੇਚਰ ਹੈ ਨਹੀਂ, ਉਹਨਾਂ ਦਾ ਸੁਭਾਅ ਹੈ ਨਹੀਂ। ਇਹ ਠੀਕ ਨਹੀਂ ਹੈ। ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚ ਪੈ ਗਏ, ਤੁਹਾਨੂੰ ਡਟ ਕੇ ਲੜਾਈ ਲੜਨੀ ਚਾਹੀਦੀ ਹੈ। ਬੀਬੀ ਜਗੀਰ ਕੌਰ ਜਿਸ ਤਰ੍ਹਾਂ ਡਟ ਕੇ ਲੜਾਈ ਲੜ ਰਹੀ ਹੈ ਨਾ, ਧਾਮੀ ਸਾਹਿਬ ਇਸ ਤਰ੍ਹਾਂ ਡਟ ਕੇ ਲੜਾਈ ਨਹੀਂ ਲੜ ਰਹੇ। ਇੰਨਾ ਕੀ ਉਹਨਾਂ ਦੇ ਵਿੱਚ ਕੱਚ ਹੈ, ਅਦਰਵਾਈਜ਼ ਮੇਰੇ ਮਨ 'ਚ ਉਹਨਾਂ ਦਾ ਸਤਿਕਾਰ ਅੱਜ ਵੀ ਹੈ, ਕੱਲ ਵੀ ਸੀ ਜੀ। ਹਾਂ ਬਿਲਕੁਲ, ਅਕਾਲੀ ਦਲ ਨੇ ਇਸੇ ਸੰਕਟ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਭਾਵੇਂ ਧਾਮੀ ਸਾਹਿਬ ਨੂੰ ਦੁਬਾਰਾ ਉਮੀਦਵਾਰ ਐਲਾਨ ਦਿੱਤਾ ਹੈ, ਪਰ ਵੀ ਚੁਣੌਤੀ ਬਣੇ ਹੋਏ ਨੇ। ਪ੍ਰੋਫੈਸਰ ਸਾਹਿਬ, ਇਹਦੇ ਵਿੱਚ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਹਰ ਕੋਈ ਚੋਣ ਲੜ ਸਕਦਾ ਹੈ, ਪਰ ਗੱਲ ਤਾਂ ਇਹ ਹੈ ਨਾ ਕਿ ਜਿਹੜੀ ਪਾਰਟੀ ਤੋਂ ਆ ਰਿਹਾ ਉਹ ਪਾਰਟੀ ਦਾ ਸਿਆਸੀ ਪਿਛੋਕੜ ਕੀ ਹੈ, ਉਹਦੀ ਮਨਸ਼ਾ ਕੀ ਹੈ। ਇੰਡੀਵਿਜੂਅਲ ਨਾ ਦੇਖੀਏ ਕਿ ਉਹ ਬੰਦਾ ਅੰਮ੍ਰਿਤਧਾਰੀ ਹੈ, ਫਲਾਣੀ ਪਾਰਟੀ 'ਚ ਤੇ ਉਹ ਕੁਝ ਕਰ ਸਕਦਾ ਹੈ। ਭਾਵੇਂ ਉਹ ਧਾਮੀ ਸਾਹਿਬ ਦੇ ਉੱਤੇ ਵੀ ਗੱਲ ਆਉਂਦੀ ਹੈ, ਭਾਵੇਂ ਉਹ ਬੀਬੀ ਜਗੀਰ ਕੌਰ ਤੇ ਵੀ ਆਉਂਦੀ ਹੈ। ਗੱਲ ਸਿਰਫ ਇੱਥੋਂ ਤੱਕ ਸੀਮਤ ਨਹੀਂ। ਗੱਲ ਇਹ ਹੈ ਕਿ ਜਦੋਂ ਗੁਰਦੁਆਰਾ ਪ੍ਰਬੰਧ ਦੇ ਉੱਤੇ ਕਾਬਜ਼ ਹੋ ਜਾਣਾ ਹੈ, ਤੁਸੀਂ ਫੇਰ ਕਿਸ ਢੰਗ ਦੇ ਨਾਲ ਕੰਮ ਕਰਨਾ, ਤੁਸੀਂ ਕਿਹੜੀ ਆਈਡੀਓਲੋਜੀ ਉੱਥੇ ਲੈ ਕੇ ਆਓ, ਤੁਹਾਡੇ ਪਿੱਛੋਂ ਕੌਣ ਕੰਮ ਕਰਦਾ। ਜੇ ਹੁਣ ਜਿਵੇਂ ਆਲ ਇੰਡੀਆ ਗੁਰਦੁਆਰਾ ਐਕਟ ਹੈ, ਮੇਰਾ ਆਖਰੀ ਸਵਾਲ ਆ, ਉਹਦੇ ਤੇ ਵੀ ਇਹੀ ਗੱਲ ਹੁੰਦੀ ਹੈ ਕਿ ਬਣਾਉਣਾ ਕੇਂਦਰ ਨੇ, ਸਾਰਾ ਕੁਝ ਕੇਂਦਰ ਨੇ ਕਰਨਾ, ਗੁਰਦੁਆਰਿਆਂ ਤੇ ਗੱਲ ਆਉਂਦੀ ਹੈ ਕਿ ਕਬਜ਼ਾ ਹੀ ਕਰਨਾ, ਹੋਰ ਤਾਂ ਕੋਈ ਮਨਸ਼ਾ ਮੋਟਿਵ ਲੱਗਦਾ ਹੀ ਨਹੀਂ। ਕਿਉਂਕਿ ਜੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਹੋਵੇ ਤੇ ਉਹ ਬਿਨਾਂ ਪ੍ਰਬੰਧ ਸੰਭਾਲਿਆ ਵੀ ਆਪਣੇ ਤਰੀਕੇ ਦੇ ਨਾਲ ਕੋਈ ਵੀ ਧਿਰ ਕਰ ਸਕਦੀ ਹੈ, ਜੇ ਕਰਨਾ ਹੋਵੇ ਅਸਲ ਦੇ ਵਿੱਚ। ਸੁਣੋ, ਪਹਿਲੀ ਗੱਲ ਤੁਸੀਂ ਕਿਹਾ ਕਿ ਇਹ ਕਿਵੇਂ ਕਨਫਰਮ ਹੋਵੇਗਾ ਕਿ ਉਹ ਅੰਮ੍ਰਿਤਧਾਰੀ ਹੈ ਜਾਂ ਨਹੀਂ ਹੈਗਾ। ਅੰਮ੍ਰਿਤਧਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਲਈ ਉਸ ਮੈਂਬਰ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ਜੀ। ਪਰ ਮੇਰਾ ਸਵਾਲ ਪ੍ਰੋਫੈਸਰ ਸਾਹਿਬ ਇਹ ਸੀ, ਅੰਮ੍ਰਿਤਧਾਰੀ ਨਹੀਂ, ਮੇਰਾ ਸਵਾਲ ਸੀ ਕਿ ਅੰਮ੍ਰਿਤਧਾਰੀ ਤੋਂ ਵੀ ਕਿਵੇਂ ਆਪਾਂ ਇਹ ਮੰਨ ਸਕਦੇ ਹਾਂ, ਜਿਵੇਂ ਬਾਦਲ ਪਰਿਵਾਰ ਕਹਿੰਦਾ ਕਿ ਅਸੀਂ ਵੀ ਅੰਮ੍ਰਿਤਧਾਰੀ ਹਾਂ, ਉਹਨਾਂ ਦੇ ਕੋਲੇ ਅਕਾਲੀ ਦਲ ਦਾ ਪ੍ਰਬੰਧ, ਉਹਨਾਂ ਦੇ ਰਾਜ ਵਿੱਚ ਸਿੱਖ ਮਸਲਿਆਂ ਦਾ ਕੀ ਹੋਇਆ, ਫਿਰ ਗੱਲ ਤਾਂ ਉਹੀ ਹੈ ਨਾ, ਭਾਵੇਂ ਕੋਈ ਵੀ ਅੰਮ੍ਰਿਤਧਾਰੀ ਆ ਜੇ, ਗੱਲ ਕੀ ਹੈ। ਤਾਂ ਹੀ ਤਾਂ ਬਾਦਲ ਪਰਿਵਾਰ ਦਾ ਇਹ ਹਾਲ ਹੋ ਰਿਹਾ। ਜੇ ਕੁਝ ਹੋਇਆ ਨਹੀਂ, ਜੇ ਧਾਰਮਿਕ ਅਖਵਾਉਣ ਦੇ ਬਾਵਜੂਦ ਵੀ, ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਤੁਸੀਂ ਪੰਥ ਨੂੰ ਪਿੱਠ ਦੇ ਰਹੇ ਹੋ, ਪੰਥਕ ਕਾਜ ਨੂੰ ਪਿੱਠ ਦੇ ਰਹੇ ਹੋ, ਤੁਹਾਡਾ ਭਾਈ ਬੁਰਾ ਹਾਲ ਹੋ ਗਿਆ। ਤੁਹਾਨੂੰ ਸਿੱਖਾਂ ਨੇ ਇਗਨੋਰ ਕਰਤਾ, ਪਛਾੜਤਾ, ਤੁਹਾਨੂੰ ਮਤਲਬ ਬਿਲਕੁਲ ਹਰਾ ਕੇ ਤੁਹਾਨੂੰ ਮਤਲਬ ਖੂੰਜੇ ਲਾਤਾ ਉਹਨਾਂ ਨੇ, ਤਾਂ ਹੀ ਤਾਂ ਇਹ ਹਾਲ ਹੋਇਆ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਲਈ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ। ਵੋਟਰ ਬਣਨ ਲਈ ਗੁਰਸਿੱਖ ਹੋਣਾ ਲਾਜ਼ਮੀ ਹੈ, ਸਾਬਤ ਸੂਰਤ। ਹਾਂ, ਉਹ ਅੰਮ੍ਰਿਤਧਾਰੀ ਹੋਣਾ ਉਹਦਾ ਜ਼ਰੂਰੀ ਨਹੀਂ, ਪਰ ਸਾਬਤ ਸੂਰਤ ਸਿੱਖ ਹੋਣਾ ਲਾਜ਼ਮੀ ਹੈ। ਭਾਈ ਇਹ ਤਾਂ ਗੱਲ ਸਿੱਖ ਪੰਥ ਦੇਖੇਗਾ ਹੀ ਦੇਖੇਗਾ। ਅੱਜ ਅੰਮ੍ਰਿਤਧਾਰੀ ਹੋ ਕੇ ਜੇ ਤੁਸੀਂ ਅਧਿਕਾਰੀ ਬਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਪੰਥਕ ਕਾਜ ਨਹੀਂ ਕਰੋਗੇ, ਪੰਥਕ ਹਿੱਤਾਂ ਦੀ ਗੱਲ ਨਹੀਂ ਕਰੋਗੇ, ਤੁਹਾਨੂੰ ਸਿੱਖ ਜਗਤ ਆਪ ਹੀ ਪਛਾੜ ਦੇਗਾ। ਜਿਵੇਂ ਬਾਦਲ ਪਰਿਵਾਰ ਨੂੰ ਪਛਾੜਿਆ, ਬੁਰਾ ਹਾਲ ਕੀਤਾ ਪਿਆ। ਇਹ ਸਿੱਖਾਂ ਨੇ ਬੁਰਾ ਹਾਲ ਕੀਤਾ, ਸਿੱਖ ਜਗਤ ਨੇ ਬੁਰਾ ਹਾਲ ਕੀਤਾ। ਮਤਲਬ ਬਾਰ-ਬਾਰ ਆਪਾਂ ਇਹਨਾਂ ਦੀ ਬੁਰਾ ਹਾਲ, ਮੇਰਾ ਗੱਲ ਕਰਨ ਨੂੰ ਜੀ ਨਹੀਂ ਕਰਦਾ, ਪਰ ਜੋ ਬੁਰਾ ਹਾਲ ਬਾਦਲ ਪਰਿਵਾਰ ਦਾ ਤੇ ਅਕਾਲੀ ਦਲ ਦਾ ਕੀਤਾ ਹੈ, ਇਹ ਬੁਰਾ ਹਾਲ ਤਦ ਹੀ ਹੋਇਆ ਜੇ ਇਹਨਾਂ ਨੇ ਪੰਥਕ ਹਿੱਤਾਂ ਤੋਂ ਆਪਣੀਆਂ ਨਿਗਾਹਾਂ ਫੇਰ ਲਈਆਂ ਸਨ। ਇਹਨਾਂ ਨੇ ਪਰਵਾਹ ਨਹੀਂ ਕੀਤੀ ਸਿੱਖ ਹਿੱਤਾਂ ਦੀ, ਪੰਥਕ ਹਿੱਤਾਂ ਦੀ। ਇਹ ਤਾਂ ਆਪਣੇ ਆਪ ਨੂੰ ਪੰਜਾਬੀ ਪਾਰਟੀ ਕਹਾਉਣ ਲੱਗ ਪਏ ਸੀ ਵੀ ਹੁਣ ਤਾਂ ਲੋੜ ਹੀ ਨਹੀਂ ਪੰਥਕ ਪਾਰਟੀ ਕਹਾਉਣ ਦੀ, ਹੁਣ ਤਾਂ ਲੋੜ ਹੀ ਨਹੀਂ। ਲੇਕਿਨ ਯਾਦ ਰੱਖੋ, ਅਕਾਲੀ ਦਲ ਬਿਨਾਂ ਪੰਥਕ ਹੋਏ ਦੇ ਚੱਲ ਹੀ ਨਹੀਂ ਸਕੇਗਾ। ਇਹਨਾਂ ਲੋਕਾਂ ਨੇ ਬਿਨਾਂ ਪੰਥਕ ਬਣੇ ਦੇ ਅਕਾਲੀ ਦਲ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਨਾ। ਅਕਾਲੀ ਦਲ ਨੂੰ ਇਹਨਾਂ ਨੇ 1996-97 ਦੇ ਵਿੱਚ ਮੋਗੇ ਦੀ ਕਾਨਫਰੰਸ ਵੇਲੇ ਪੰਜਾਬੀ ਪਾਰਟੀ ਕਹਿੰਦਾ ਸੀ ਕਿ ਇਹ ਹੁਣ ਪੰਜਾਬੀ ਪਾਰਟੀ ਹੈ, ਪੰਜਾਬੀਆਂ ਦੀ ਪਾਰਟੀ ਹੈ। ਆਹ ਦੇਖ ਲਓ, ਹੋਈ ਤਾਂ ਦੇਰ ਹੈ, 1996 ਤੋਂ ਬਾਅਦ ਹੋਈ ਤਾਂ ਦੇਰ ਹੈ, ਪਰ ਦੇਰ ਹੈ ਮਤਲਬ ਬਹੁਤੀ ਦੇਰ ਨਹੀਂ ਹੁੰਦੀ। ਜਦੋਂ ਫਿਰ ਖਾਲਸਾ ਪੰਥ ਸਜ਼ਾ ਦੇਣ ਲੱਗਦਾ ਹੈ, ਫਿਰ ਉਹ ਸਜ਼ਾ ਦਿੱਤੇ ਬਗੈਰ ਹਟਦਾ ਨਹੀਂ ਸੁਖਵਿੰਦਰ, ਔਰ ਇਹ ਸਜ਼ਾ ਦਿੱਤੀ ਜਾ ਚੁੱਕੀ ਹੈ। ਔਰ ਇਹ ਸਜ਼ਾ ਤਾਂ ਇਹ ਬੀਬੀ ਜਗੀਰ ਕੌਰ ਨੂੰ ਵੀ ਦਿੱਤੀ ਗਈ ਸੀ ਖਾਲਸਾ ਪੰਥ ਵੱਲੋਂ, ਕਿਉਂਕਿ ਖਾਲਸਾ ਪੰਥ ਦੇ ਵਿੱਚ ਉਹਨੂੰ ਸਤਿਕਾਰਿਆ ਨਹੀਂ ਸੀ ਜਾਂਦਾ
ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬੀਬੀ ਜਗੀਰ ਕੌਰ ਇਸ ਸਮੇਂ ਆਪਣਾ ਦ੍ਰਿੜ ਇਰਾਦਾ ਦਿਖਾ ਕੇ ਪੰਥਕ ਹਿੱਤਾਂ ਦੀ ਗੱਲ ਕਰਕੇ ਮੁੜ ਕੇ ਆਪਣੇ ਆਪ ਨੂੰ ਉਹ ਉਭਾਰਨ ਦੀ ਕੋਸ਼ਿਸ਼ ਕਰ ਰਹੀ ਆ। ਤੁਹਾਨੂੰ ਮੈਂ ਦੱਸਾਂ, ਜਿਹੜੀ ਕਿ ਉੱਭਰ ਰਹੀ ਹੈ। ਅਗਰ ਬਾਦਲ ਪਰਿਵਾਰ ਨੇ ਸਿੱਖ ਜਗਤ ਦੇ ਵਿੱਚ ਰਿਵਾਈਵ ਕਰਨਾ ਹੈ ਆਪਣੇ ਆਪ ਨੂੰ, ਉਹਨੂੰ ਜ਼ਰੂਰ ਹੀ ਪੰਥਕ ਹਿੱਤਾਂ ਦੀ ਗੱਲ ਕਰਕੇ ਦਿਖਾਉਣੀ ਪਊਗੀ, ਪੰਥਕ ਹਿੱਤਾਂ ਲਈ ਕੁਰਬਾਨੀ ਦੇ ਕੇ ਦਿਖਾਉਣੀ ਪਊਗੀ। ਬਿਨਾਂ ਪੰਥਕ ਹਿੱਤਾਂ ਲਈ ਕੁਰਬਾਨੀ ਦਿੱਤੇ ਦੇ ਬਾਦਲ ਪਰਿਵਾਰ ਪੰਥ ਦੇ ਵਿੱਚ ਮੁੜ ਕੇ ਪ੍ਰਵਾਨ ਨਹੀਂ ਹੋ ਸਕਦਾ। ਸੋ ਇਹ ਤਾਂ ਗੱਲ ਪੱਕੀ ਹੈ ਕਿ ਲੀਡਰ ਉਹੀ ਚੱਲ ਸਕੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਤੇ ਅਕਾਲੀ ਦਲ ਦੇ ਵਿੱਚ ਵੀ, ਜਿਹੜਾ ਪੰਥਕ ਹਿੱਤਾਂ ਦੀ ਗੱਲ ਕਰੇਗਾ, ਔਰ ਜਿਹੜਾ ਪੰਥਕ ਹਿੱਤਾਂ ਦੀ ਗੱਲ ਵੀ ਕਰੇਗਾ ਤੇ ਉਹਨਾਂ ਹੱਕਾਂ ਦੀ ਪੂਰਤੀ ਵੀ ਕਰੇਗਾ। ਆਲ ਇੰਡੀਆ ਗੁਰਦੁਆਰਾ ਐਕਟ ਤੇ ਆ ਕੇ ਆਪਾਂ ਗੱਲ ਖਤਮ ਕਰੀਏ ਜੀ। ਹਾਂ, ਅੱਛਾ, ਗੁਰਦੁਆਰਾ ਐਕਟ ਤੇ ਗੱਲ, ਓਕੇ ਓਕੇ, ਆਲ ਇੰਡੀਆ ਗੁਰਦੁਆਰਾ ਐਕਟ, ਆਲ ਇੰਡੀਆ ਗੁਰਦੁਆਰਾ ਐਕਟ। ਸੁਖਵਿੰਦਰ, ਜਿਸ ਤਰੀਕੇ ਨਾਲ 1925 ਦੇ ਵਿੱਚ 1925 ਦਾ ਪੰਜਾਬ ਸਿੱਖ ਗੁਰਦੁਆਰਾ ਐਕਟ ਬਣਿਆ ਸੀ, ਇਹ ਉਦੋਂ ਵੀ ਅੰਗਰੇਜ਼ਾਂ ਨੇ ਕਿਹਾ ਸੀ ਕਿ ਸਿੱਖ ਲੀਡਰਸ਼ਿਪ ਇਹਨੂੰ ਕੋਸ਼ਿਸ਼ ਕਰੇ ਕਿ ਪੰਜਾਬ ਦੇ ਵਿੱਚੋਂ ਬਾਹਰ ਕੱਢ ਕੇ ਆਲ ਇੰਡੀਆ ਲੈਵਲ ਦਾ ਇੱਕ ਸਿੱਖ ਗੁਰਦੁਆਰਾ ਐਕਟ ਬਣਵਾਉਣ ਦੀ ਕੋਸ਼ਿਸ਼ ਕਰੇ ਹੌਲੀ ਹੌਲੀ। ਇਹ ਪਹਿਲਾ ਚਾਂਸ ਸੀ 1925 ਦਾ ਗੁਰਦੁਆਰਾ ਪੰਜਾਬ ਗੁਰਦੁਆਰਾ ਐਕਟ। ਔਰ ਬ੍ਰਿਟਿਸ਼ ਅਧਿਕਾਰੀਆਂ ਨੇ ਤਾਂ ਇਹ ਵੀ ਕਿਹਾ ਸੀ ਕਿ ਜੇ ਸਿੱਖ ਲੀਡਰਸ਼ਿਪ ਸਿਆਣੀ ਹੋਊਗੀ ਨਾ, ਇਹ ਬ੍ਰਿਟਿਸ਼ ਅਧਿਕਾਰੀਆਂ ਦੇ ਰਿਮਾਰਕਸ ਤੇ ਉਸ ਵੇਲੇ ਜਦੋਂ 1925 ਦਾ ਐਕਟ ਪਾਸ ਕੀਤਾ ਸੀ, ਉਹ ਸਿੱਖ ਸਰਦਾਰਾਂ ਨੂੰ ਵਧਾਈਆਂ ਦਿੰਦੇ ਫਿਰਦੇ ਸੀ ਜਦੋਂ 1925 ਦਾ ਐਕਟ ਪਾਸ ਹੋਇਆ ਪੰਜਾਬ ਵਿਧਾਨ ਸਭਾ ਦੇ ਵਿੱਚ, ਕਿ ਸਰਦਾਰ ਜੀ ਵਧਾਈ ਹੋਵੇ ਤੁਹਾਨੂੰ, ਤੁਹਾਡਾ ਗੁਰਦੁਆਰਾ ਐਕਟ ਪਾਸ ਹੋ ਗਿਆ। ਜੇ ਤੁਹਾਡੀ ਲੀਡਰਸ਼ਿਪ ਸਿਆਣੀ ਹੋਈ ਤਾਂ ਇਸੇ ਗੁਰਦੁਆਰਾ ਐਕਟ ਦੇ ਵਿੱਚੋਂ ਤੁਹਾਡੀ ਲੀਡਰਸ਼ਿਪ ਆਪਣੀ ਸਿਆਣਪ ਨਾਲ ਸਿੱਖ ਸਟੇਟ ਨੂੰ ਕੱਢ ਸਕਦੀ ਹੈ। ਤੁਹਾਡੀ ਲੀਡਰਸ਼ਿਪ ਜੇ ਸਿਆਣੀ ਹੋਏਗੀ, ਇਸੇ ਗੁਰਦੁਆਰਾ ਐਕਟ 1925 ਦੇ ਵਿੱਚੋਂ ਆਪਣੀ ਸਿਆਣਪ ਨਾਲ ਸਿੱਖ ਸਟੇਟ ਵੀ ਕੱਢ ਸਕਦੀ ਹੈ। ਤੁਹਾਡੇ ਸਾਹਮਣੇ ਹੈ ਕਿ ਇਸ ਸਿਆਣੀ ਲੀਡਰਸ਼ਿਪ ਨੇ ਸਿੱਖ ਸਟੇਟ ਕੱਢੀ ਹੈ ਜਾਂ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗਰਕ ਕਰੀ ਜਾਂਦੇ ਨੇ। ਅੱਜ ਨੌਬਤ ਐਸੀ ਆ ਗਈ ਹੈ, ਸਟੇਟ ਸਟੂਟ ਦਾ ਇਹਨਾਂ ਨੇ ਗੁਰਦੁਆਰਾ ਐਕਟ ਚੋਂ ਕੀ ਕੱਢਣੀ ਸੀ, ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਵਿਖਿਆਰ ਦਿੱਤਾ ਹੈ, ਲੀਰੋ ਲੀਰ ਕਰ ਦਿੱਤਾ ਹੈ, ਲੀਰੋ ਲੀਰ ਕਰ ਦਿੱਤਾ ਹੈ। ਪਹਿਲਾਂ 1947 ਚ, ਫਿਰ ਆ ਹੁਣ ਸੁਪਰੀਮ ਕੋਰਟ ਨੇ ਦਾ ਫੈਸਲਾ ਦੇ ਦਿੱਤਾ ਹੈ ਕਿ ਹਰਿਆਣੇ ਦੀ ਕਮੇਟੀ ਵੱਖਰੀ ਹੋਏਗੀ, ਉਹਨੂੰ ਅਧਿਕਾਰ ਹੈ। ਮਤਲਬ ਇਸ ਤੋਂ ਵੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੁਰਾ ਹਾਲ ਹੋਰ ਕੀ ਹੋਊਗਾ ਸੁਖਵਿੰਦਰ, ਜੇ ਲੀਡਰਸ਼ਿਪ ਸਿਆਣੀ ਨਹੀਂ ਸੀ ਤਾਂ ਹਾਲ ਹੋਇਆ। ਹਾਂ, ਅਗਲੀ ਗੱਲ ਹੁਣ ਆਲ ਇੰਡੀਆ ਗੁਰਦੁਆਰਾ ਐਕਟ ਦੀ। ਆਲ ਇੰਡੀਆ ਗੁਰਦੁਆਰਾ ਐਕਟ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਗੁਰਦੁਆਰੇ 1925 ਦੇ ਪੰਜਾਬ ਸਿੱਖ ਗੁਰਦੁਆਰਾ ਐਕਟ ਦੇ ਅਧੀਨ ਆ ਗਏ ਨੇ, ਇਸੇ ਤਰ੍ਹਾਂ ਸਾਰੇ ਭਾਰਤ ਦੇ ਇਤਿਹਾਸਿਕ ਗੁਰਦੁਆਰੇ ਇੱਕ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾ ਕੇ ਉਸੇ ਲੜੀ 'ਚ ਪਰੋਏ ਜਾਣਗੇ ਜਿਸ ਲੜੀ 'ਚ ਇਹ ਪੰਜਾਬ ਐਕਟ ਦੇ ਵਿੱਚ ਪਰੋਏ ਹੋਏ ਨੇ। ਮਤਲਬ ਹੁਣ ਵਾਲੀ ਸ਼੍ਰੋਮਣੀ ਜਿਹੜੀ ਕਮੇਟੀ ਸੀ, ਇਹ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੱਕ ਸੀਮਿਤ ਸੀ। ਆਲ ਇੰਡੀਆ ਗੁਰਦੁਆਰਾ ਐਕਟ ਜੇ ਪਾਸ ਹੋ ਜੇ, ਉਹਦੇ ਅਧੀਨ ਬਣੀ ਹੋਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਸਾਰੇ ਹਿੰਦੁਸਤਾਨ ਦੀ ਨੈਸ਼ਨਲ ਲੈਵਲ ਦੀ ਕਮੇਟੀ ਹੋਏਗੀ। ਇੱਕ ਤਾਂ ਤੁਸੀਂ ਆਪ ਹੀ ਇਮੈਜਿਨ ਕਰੋ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਸਿੱਖ ਵੋਟਾਂ ਨਾਲ ਚੁਣੀ ਹੋਈ, ਨੈਸ਼ਨਲ ਪੱਧਰ ਤੇ ਸਾਰੇ ਹਿੰਦੁਸਤਾਨੀ ਗੁਰਦੁਆਰਿਆਂ ਦੀ ਮਾਲਕ ਬਣ ਗਈ, ਉਹਦਾ ਸਟੇਟਸ ਕਿੱਡਾ ਵੱਡਾ ਹੋਏਗਾ, ਤੁਸੀਂ ਆਪ ਹੀ ਇਮੈਜਿਨ ਕਰੋ। ਜੇ ਸ਼੍ਰੋਮਣੀ ਕਮੇਟੀ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਕੇ ਹੀ ਇਤਨੇ ਵੱਡੇ ਸਟੇਟਸ ਦੀ ਮਾਲਕ ਬਣੀ ਬੈਠੀ ਹੈ, ਜੇ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਲ ਇੰਡੀਆ ਗੁਰਦੁਆਰਾ ਐਕਟ ਦੇ ਅਧੀਨ ਮਤਲਬ ਆਰਗੇਨਾਈਜ਼ ਹੋ ਕੇ ਸਾਰੇ ਹਿੰਦੁਸਤਾਨ ਦੇ ਗੁਰਦੁਆਰਿਆਂ ਨੂੰ ਸੰਭਾਲ ਲੇ, ਤਾਂ ਇਮੇਜਿਨ ਕਰੋ ਕਿ ਉਹਦਾ ਸਟੇਟਸ ਕਿੱਡਾ ਤਕੜਾ ਹੋ ਜਾਏਗਾ। ਇਹਦੇ ਨਾਲ ਹੀ
ਜਿਹੜਾ ਸ਼੍ਰੋਮਣੀ ਕਮੇਟੀ ਆਲ ਇੰਡੀਆ ਗੁਰਦੁਆਰਾ ਐਕਟ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਹੋਏਗਾ, ਉਹਦੀ ਪਰਸਨੈਲਿਟੀ ਇੱਕ ਨੈਸ਼ਨਲ ਸਿੱਖ ਦੇ ਵਜੋਂ ਦੇਖੀ ਜਾਏਗੀ। ਨੈਸ਼ਨਲ ਸਿੱਖ, ਇੱਕ ਨੈਸ਼ਨਲ ਪਰਸਨੈਲਿਟੀ ਹੋਏਗਾ ਉਹ ਪ੍ਰਧਾਨ। ਇਹਦਾ ਮਤਲਬ, ਦੂਜਾ ਮਤਲਬ ਇਹਦਾ ਇਹ ਆ ਸੁਖਵਿੰਦਰ, ਕਿਸੇ ਨੇ ਸੋਚਿਆ ਨਹੀਂ, ਇੱਕ ਕਿਸਮ ਦੀ ਇਨਡਾਇਰੈਕਟ ਵੇ ਨਾਲ ਇਹ ਸਿੱਖਾਂ ਨੂੰ ਇੱਕ ਵੱਖਰੀ ਕੌਮ ਦਾ ਦਰਜਾ ਵੀ ਮੰਨਿਆ ਜਾ ਸਕਦਾ ਹੈ। ਇਨਡਾਇਰੈਕਟ ਵੇ ਨਾਲ, ਸਿੱਧੇ ਵੇ ਨਾਲ ਤਾਂ ਨਹੀਂ, ਇਨਡਾਇਰੈਕਟ, ਕਿਉਂਕਿ ਸਿੱਖਾਂ ਦੀਆਂ ਵੋਟਾਂ ਨੇ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਆਪਣੀ ਕਮੇਟੀ ਚੁਣਨੀ ਹੈ। ਉਸ ਕਮੇਟੀ ਨੂੰ ਬਹੁਤ ਅਧਿਕਾਰ ਹੁੰਦਾ ਹੈ, ਜਿਹੜੀ ਵੋਟਾਂ ਰਾਹੀਂ ਚੁਣੀ ਜਾਂਦੀ ਹੁੰਦੀ ਹੈ, ਖੁੱਲੀਆਂ ਵੋਟਾਂ ਰਾਹੀਂ। ਇਹਨਾਂ ਨੂੰ ਤਾਂ ਪਤਾ ਨਹੀਂ, ਇਹ ਤਾਂ ਸਮਝੇ ਹੀ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹਿਮੀਅਤ ਨੂੰ ਅਕਾਲੀ ਦਲ ਨੇ ਸਮਝੇ ਹੀ ਨਹੀਂ। ਉਹ ਸੰਵਿਧਾਨਕ ਬੋਡੀ ਸੀ, ਸ਼੍ਰੋਮਣੀ ਕਮੇਟੀ ਸੰਵਿਧਾਨਕ ਬੋਡੀ ਸੀ। ਇਹਨਾਂ ਨੇ ਤਾਂ ਕਦੇ ਵੀ ਡਿਸਕਸ ਨਹੀਂ ਕੀਤਾ, ਉੱਥੇ ਕੋਈ ਡਿਬੇਟ ਹੀ ਨਹੀਂ ਕੀਤੀ। ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਕਦੇ ਡਿਬੇਟ ਨਹੀਂ ਕੀਤੀ। ਇੰਨੇ ਸਿੱਖ ਮਸਲੇ ਆਏ ਨੇ, ਇੰਨੇ ਸਿੱਖ ਕ੍ਰਾਈਸਿਸ ਆਏ ਨੇ, ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਕਦੇ ਡਿਬੇਟ ਨਹੀਂ ਕੀਤੀ ਅਕਾਲੀ ਦਲ ਨੇ। ਇਹਨਾਂ ਨੂੰ ਪਤਾ ਹੀ ਨਹੀਂ ਉਹਦੀ ਇੰਪੋਰਟੈਂਸ ਦਾ। ਅਗਰ ਅਸੀਂ ਉੱਥੇ ਡਿਬੇਟ ਕਰਾਉਂਦੇ, ਜਿਸ ਤਰ੍ਹਾਂ ਪਾਰਲੀਮੈਂਟ 'ਚ ਡਿਬੇਟ ਹੁੰਦੀ ਹੈ, ਤਾਂ ਸਿੱਖਾਂ ਨੂੰ ਵੀ ਪਤਾ ਲੱਗਣਾ ਸੀ ਕਿ ਸਾਡੀ ਇਹ ਕਮੇਟੀ ਇਤਨੀ ਇੰਪੋਰਟੈਂਟ ਹੈ ਕਿ ਇੱਥੇ ਕਿਸੇ ਵੀ ਕਿਸਮ ਦੇ ਸਿੱਖ ਮਸਲੇ ਨੂੰ ਡਿਬੇਟਿਆ ਜਾ ਸਕਦਾ ਹੈ, ਇੱਥੇ ਉਹਦੀ ਬਹਿਸ ਕੀਤੀ ਜਾ ਸਕਦੀ ਹੈ, ਉਹਦੇ ਹੱਲ ਕੱਢੇ ਜਾ ਸਕਦੇ ਨੇ। ਇਹਨਾਂ ਨੂੰ ਪਤਾ ਹੀ ਨਹੀਂ। ਮੈਂ ਸਮਝਦਾ ਆਲ ਇੰਡੀਆ ਪੱਧਰ ਦੇ ਗੁਰਦੁਆਰਿਆਂ ਦੀ ਕਮੇਟੀ ਜੇ ਇੱਕ ਵਾਰ ਬਣ ਜਾਵੇ, ਉਹਦਾ ਸਟੇਟਸ ਬਹੁਤ ਤਕੜਾ ਹੋ ਜਾਏਗਾ ਨੈਸ਼ਨਲ ਪੱਧਰ ਤੇ। ਉਹਦੇ ਪ੍ਰਧਾਨ ਦਾ, ਉਹਦੇ ਜਨਰਲ ਸਕੱਤਰ ਦਾ ਬਹੁਤ ਤਕੜਾ ਸਟੇਟਸ ਬਣ ਜਾਏਗਾ ਨੈਸ਼ਨਲ ਪੱਧਰ ਦੇ ਉੱਤੇ। ਹਾਂ, ਅਗਲੀ ਗੱਲ ਮੈਂ ਤੁਹਾਨੂੰ ਦੱਸਾਂ, ਤੁਸੀਂ ਕਹੋਗੇ ਹੁਣ ਤੱਕ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ, ਤੁਹਾਡੇ ਮਨ 'ਚ ਇਹ ਗੱਲ ਆਉਂਦੀ ਹੋਏਗੀ। ਫਿਰ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਾਰੇ ਕਿਸੇ ਨੇ ਕੋਸ਼ਿਸ਼ ਕਿਉਂ ਨਹੀਂ ਕੀਤੀ? ਉਹ ਭਾਈ ਸੁਖਵਿੰਦਰ, ਕੋਸ਼ਿਸ਼ ਕੀਤੀ ਸੀ। ਪਹਿਲੀ ਗੱਲ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਵੇ, ਇਹ ਅਕਾਲੀ ਦਲ ਆਪਣੇ ਹਰੇਕ ਸਾਲ ਦੀਆਂ ਚੋਣਾਂ ਸਮੇਂ, ਵਿਧਾਨ ਸਭਾ ਦੀਆਂ ਚੋਣਾਂ ਸਮੇਂ, ਪਾਰਲੀਮੈਂਟ ਦੀਆਂ ਚੋਣਾਂ ਸਮੇਂ, ਹਰ ਵਾਰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਦੂਜੇ ਤੀਜੇ ਨੰਬਰ ਤੇ ਪਹੁੰਚ ਕੇ ਇਹ ਮੰਗ ਜ਼ਰੂਰ ਦਰਜ ਕਰਦਾ ਹੈ ਕਿ ਅਕਾਲੀ ਦਲ ਦਾ ਨਿਸ਼ਾਨਾ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਵਾਉਣ ਦਾ ਹੈ। ਹਰ ਚੋਣ ਦੇ ਮੈਨੀਫੈਸਟੋ ਦੇ ਵਿੱਚ ਇਹ ਮੰਗ ਦਰਜ ਹੁੰਦੀ ਸੀ। ਇਹ ਮੰਗ ਦਰਜ ਹੋਣੀ ਕਦੋਂ ਹਟੀ ਹੈ? ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ, ਅਕਾਲੀ ਦਲ ਤੇ, ਅਕਾਲ ਤਖਤ ਤੇ ਪਾਰਲੀਮੈਂਟ ਦੇ ਮੈਂਬਰਾਂ ਵਿੱਚ ਜਦੋਂ ਬਾਦਲ ਪਰਿਵਾਰ ਦਾ ਪੂਰਾ ਕਬਜ਼ਾ ਹੋ ਗਿਆ, ਇਹ ਮੰਗ ਉਦੋਂ ਹਟੀ ਹੈ। ਪਿਛਲੇ ਚੋਣ ਮੈਨੀਫੈਸਟੋ ਦੇ ਵਿੱਚ, ਉਦੋਂ ਪਿਛਲੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਮੰਗ ਹਟੀ, ਦਰਜੇ ਨਹੀਂ ਕੀਤੀ ਗਈ। ਅਕਾਲੀ ਦਲ ਨੇ ਜਦੋਂ ਦਾ ਇਹ ਪੰਜਾਬੀ ਪਾਰਟੀ ਬਣੀ ਹੈ, ਲੋਕਾਂ ਨੂੰ ਦਿਖਾਉਣ ਲਈ ਕਿ ਅਸੀਂ ਧਾਰਮਿਕ, ਸਾਡਾ ਕਿਰਦਾਰ ਨਹੀਂ ਹੈ, ਇਹਨਾਂ ਨੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਮੰਗ ਆਪਦੇ ਚੋਣ ਮੈਨੀਫੈਸਟੋ ਵਿੱਚੋਂ ਕੱਢ ਦਿੱਤੀ। ਇਹ ਮੇਰਾ ਮਤਲਬ ਇਹ ਕਹਿਣ ਦਾ ਇਹ ਹੈ ਕਿ ਮੁੱਢ ਤੋਂ ਹੀ ਸਿੱਖਾਂ ਦੇ ਵਿੱਚ ਇਹ ਮੰਗ ਚੱਲਦੀ ਆ ਰਹੀ ਸੀ ਕਿ ਪੰਜਾਬ ਸਿੱਖ ਗੁਰਦੁਆਰਾ ਐਕਟ ਨੂੰ ਐਕਸਪੈਂਡ ਕਰਕੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਵਾਇਆ ਜਾਵੇ, ਤਾਂ ਕਿ ਹਿੰਦੁਸਤਾਨ ਦੇ ਸਾਰੇ ਗੁਰਦੁਆਰੇ ਇੱਕੋ ਐਕਟ ਦੇ ਲੜੀ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆ ਜਾਣ। ਨੰਬਰ 1। ਨੰਬਰ 2, ਉਹਦੇ ਬਾਰੇ ਜਿਹੜੀ ਗੱਲ ਮੈਂ ਨੰਬਰ 2 'ਚ ਕਹਿਣ ਲੱਗਿਆ, ਉਹਦੇ ਬਾਰੇ ਵੀ ਆਮ ਸਿੱਖਾਂ ਨੂੰ ਪਤਾ ਨਹੀਂ। 1977 ਦੀਆਂ ਐਮਰਜੈਂਸੀ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਸੀਆਂ ਪਾਰਲੀਮੈਂਟ ਦੀਆਂ ਤੇ ਵਿਧਾਨ ਸਭਾਵਾਂ ਦੀਆਂ, ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਥੰਪਿੰਗ ਮੈਜੋਰਟੀ ਨਾਲ ਜਿੱਤ ਕੇ ਆਇਆ ਸੀ, ਬਹੁਤ ਵੱਡੀ ਮੈਜੋਰਟੀ ਨਾਲ। ਪਾਰਲੀਮੈਂਟ ਦੀਆਂ ਚੋਣਾਂ ਵਿੱਚ 8 ਜਾਂ 9 ਇਹਦੇ ਕੈਂਡੀਡੇਟ ਜਿੱਤ ਗਏ ਸਨ। ਮਰਾਰਜੀ ਦੇਸਾਈ ਦੀ ਅਗਵਾਈ ਹੇਠ ਸਾਂਝੇ ਫਰੰਟ ਦੀ ਸਰਕਾਰ ਬਣੀ ਸੀ। ਇੰਦਰਾ ਗਾਂਧੀ ਬਿਲਕੁਲ ਬੁਰੀ ਤਰ੍ਹਾਂ ਹਾਰ ਗਈ ਸੀ, ਬੁਰੀ ਤਰ੍ਹਾਂ, ਕਿਉਂਕਿ ਉਦੋਂ ਪਹਿਲਾਂ 1.5 ਸਾਲ ਐਮਰਜੈਂਸੀ ਲੱਗੀ ਰਹੀ ਆ ਸਾਰੇ ਮੁਲਕ ਦੇ ਅੰਦਰ। ਤੇ 1977 ਤੱਕ ਪਹੁੰਚਦੀ ਕਾਂਗਰਸ ਬੁਰੀ ਤਰ੍ਹਾਂ ਬਦਨਾਮ ਹੋ ਗਈ ਸੀ ਹਿੰਦੁਸਤਾਨ ਦੇ ਵਿੱਚ। ਇੰਦਰਾ ਗਾਂਧੀ ਬਦਨਾਮ ਹੋ ਗਈ ਸੀ, ਕਿਉਂਕਿ ਲੋਕਾਂ ਨੇ ਇਹਨੂੰ ਸਮਝਿਆ ਸੀ ਕਿ ਇਹ ਡੈਮੋਕ੍ਰੇਸੀ ਦੀ ਕਾਤਲ ਹੈ। ਇਹਨੇ ਸੰਵਿਧਾਨ ਨੂੰ ਸਸਪੈਂਡ ਕਰਕੇ ਐਮਰਜੈਂਸੀ ਲਗਾਈ ਸੀ।
ਜਦੋਂ ਮੁਰਾਰਜੀ ਦੇਸਾਈ ਦੀ 1977 ਵਿੱਚ ਸਰਕਾਰ ਬਣੀ ਤਾਂ ਉਦੋਂ ਅਕਾਲੀਆਂ ਦੀ ਪੂਰੀ ਚੜ੍ਹਾਈ ਸੀ। ਸੁਖਵਿੰਦਰ, ਤੈਨੂੰ ਮੈਂ ਦੱਸਾਂ, ਪੂਰੀ ਚੜ੍ਹਾਈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਅਤੇ ਆਪਣੇ ਪਾਰਲੀਮੈਂਟ ਦੇ ਵਿੱਚ ਵੀ। ਪਾਰਲੀਮੈਂਟ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਕੇਂਦਰੀ ਕੈਬਨਿਟ ਮੰਤਰੀ ਸਨ। ਸੁਰਜੀਤ ਸਿੰਘ ਬਰਨਾਲਾ, ਧੰਨਾ ਸਿੰਘ ਗੁਲਸ਼ਨ ਰਾਜ ਮੰਤਰੀ ਸਨ। ਉਦੋਂ ਗੱਲ ਚੱਲੀ ਪੰਜਾਬ ਦੇ ਵਿੱਚ। ਗੁਰਚਰਨ ਸਿੰਘ ਟੌਹੜਾ ਉਦੋਂ ਪਾਰਲੀਮੈਂਟ ਦੇ ਮੈਂਬਰ ਵੀ ਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸਨ। ਠੀਕ ਹੈ ਨਾ। ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਸਨ। ਠੀਕ ਹੈ। ਉਦੋਂ ਗੱਲ ਚੱਲੀ ਸੀ ਕਿ ਹੁਣ ਸਾਨੂੰ ਮੁਰਾਰਜੀ ਦੇਸਾਈ ਦੀ ਸਰਕਾਰ ਕੋਲੋਂ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਪਾਸ ਕਰਵਾਉਣਾ ਚਾਹੀਦਾ ਹੈ। ਇਹਨਾਂ ਸਾਰਿਆਂ ਨੂੰ ਪਤਾ ਹੈ, ਅਕਾਲੀਆਂ ਨੂੰ, ਬਾਦਲ ਪਰਿਵਾਰ ਨੂੰ ਪੂਰਾ ਪਤਾ ਹੈ ਇਹਦੇ ਬਾਰੇ, ਕਿਉਂਕਿ ਉਹ ਡਰਦਾ ਹੈ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਤੋਂ। ਉਹ ਡਰਦਾ ਕਿਉਂ ਹੈ ਅੱਗੇ ਜਾ ਕੇ ਦੱਸਾਂਗਾ ਮੈਂ। ਇਹਦੀ ਪੂਰਤੀ ਲਈ, ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਪੂਰਤੀ ਲਈ, ਬਣਾਉਣ ਲਈ ਪੰਜਾਬ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਵੱਲੋਂ ਜਸਟਿਸ ਹਰਵੰਸ ਸਿੰਘ ਕਮਿਸ਼ਨ ਬਣਵਾ ਦਿੱਤਾ ਸੀ। ਜਸਟਿਸ ਹਰਵੰਸ ਸਿੰਘ ਇੱਕ ਮੈਂਬਰੀ ਕਮਿਸ਼ਨ ਸੀ। ਉਹਦੀ ਡਿਊਟੀ ਲਗਾਈ ਗਈ ਸੀ ਕਿ ਤੁਸੀਂ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦਾ ਖਰੜਾ ਪਾਸ ਕਰੋ, ਖਰੜਾ ਤਿਆਰ ਕਰੋ। ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਸੀ। ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਟੀਚਰ ਸੀ ਤੇ ਅਸੀਂ ਸਾਰੇ ਇਹਨਾਂ ਗੱਲਾਂ ਦੇ ਵਿੱਚ ਭਾਈਵਾਲ ਵੀ ਹੁੰਦੇ ਸੀ ਤੇ ਸਾਨੂੰ ਖੁਸ਼ੀ ਵੀ ਹੁੰਦੀ ਸੀ ਕਿ ਪੰਜਾਬ ਦੀ ਸਰਕਾਰ ਨੇ, ਸੈਂਟਰ ਦੀ ਸਰਕਾਰ ਨੇ ਜਸਟਿਸ ਹਰਵੰਸ ਸਿੰਘ ਦੀ ਅਗਵਾਈ ਹੇਠ ਇੱਕ ਮੈਂਬਰੀ ਕਮਿਸ਼ਨ ਬਣਾ ਦਿੱਤਾ ਹੈ ਤੇ ਉਹ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦਾ ਖਰੜਾ ਤਿਆਰ ਕਰ ਰਿਹਾ ਹੈ। ਓਕੇ। ਖਰੜਾ ਤਿਆਰ ਕਰਦਾ ਜਸਟਿਸ ਹਰਵੰਸ ਸਿੰਘ ਇੱਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਆਇਆ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰਾਂ ਨਾਲ ਸਲਾਹ ਕਰਨ ਲਈ ਸਾਨੂੰ ਸਾਰਿਆਂ ਨੂੰ ਬੁਲਾ ਕੇ ਤੇ ਇਹ ਸਲਾਹ ਲਈ ਗਈ ਸੀ। ਸਭ ਨੇ ਬੜੀ ਵਧੀਆ ਸਲਾਹ ਦਿੱਤੀ। ਉਹਨੇ ਆਪਣਾ ਸਾਰਾ ਖਰੜਾ ਸਾਡੇ ਸਾਹਮਣੇ ਰੱਖਿਆ। ਇਹਦੇ ਤੇ ਡਿਬੇਟ ਹੋਈ, ਵਿਚਾਰਾਂ ਵੀ ਹੋਈਆਂ। ਅਲਟੀਮੇਟਲੀ ਸੁਖਵਿੰਦਰ, ਜਸਟਿਸ ਹਰਵੰਸ ਸਿੰਘ ਨੇ ਬੜੀ ਤੇਜ਼ੀ ਨਾਲ 6 ਮਹੀਨਿਆਂ ਦੇ ਵਿੱਚ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦਾ ਖਰੜਾ ਤਿਆਰ ਕਰਕੇ ਅਕਾਲੀ ਦਲ ਦੀ ਹਾਈ ਕਮਾਂਡ ਨੂੰ ਪੇਸ਼ ਕਰ ਦਿੱਤਾ। ਅਕਾਲੀ ਦਲ ਦੀ ਹਾਈ ਕਮਾਂਡ ਕੇਂਦਰੀ ਸਰਕਾਰ ਪਾਸ ਲੈ ਗਈ, ਕਿਉਂਕਿ ਇਹ ਆਪ ਵੀ ਭਾਈਵਾਲ ਸਨ। ਉਦੋਂ ਹੋਮ ਮਿਨਿਸਟਰ ਮੇਰਾ ਖਿਆਲ ਹੈ ਚੌਧਰੀ ਚਰਨ ਸਿੰਘ ਸੀ। ਅਕਾਲੀਆਂ ਦਾ ਆੜੀ ਹੀ ਸੀ, ਉਹ ਪੱਕਾ ਆੜੀ ਸੀ ਅਕਾਲੀਆਂ ਦਾ। ਚੌਧਰੀ ਚਰਨ ਸਿੰਘ ਹੋਮ ਮਿਨਿਸਟਰ ਸੀ ਉਦੋਂ ਮੁਰਾਰਜੀ ਦੇਸਾਈ ਦੀ ਸਰਕਾਰ ਵੇਲੇ। ਅਟਲ ਬਿਹਾਰੀ ਵਾਜਪਾਈ ਵਿਦੇਸ਼ ਮੰਤਰੀ ਸੀ। ਲਾਲ ਕ੍ਰਿਸ਼ਨ ਅਡਵਾਨੀ ਸੂਚਨਾ ਤੇ ਪ੍ਰਸਾਰਣ ਮੰਤਰੀ ਸੀ। ਸੁਰਜੀਤ ਸਿੰਘ ਬਰਨਾਲਾ ਐਗਰੀਕਲਚਰ ਐਂਡ ਇਰੀਗੇਸ਼ਨ ਮਿਨਿਸਟਰ ਸੀ। ਸਾਰਿਆਂ ਨਾਲ ਬਣਦੀ ਸੀ ਅਕਾਲੀਆਂ ਦੀ, ਕੋਈ ਐਸੀ ਗੱਲ ਨਹੀਂ ਸੀ। ਬੜੀ ਚੜ੍ਹਾਈ ਸੀ ਅਕਾਲੀਆਂ ਦੀ। ਅਟਲ ਬਿਹਾਰੀ ਵਾਜਪਾਈ ਸਭ ਤੋਂ ਵੱਧ ਇੰਟਰਸਟਿਡ ਸੀ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਨੂੰ ਪਾਸ ਕਰਵਾਉਣ ਦੇ ਲਈ। ਇਹਨਾਂ ਨੇ ਕਿਹਾ ਸਾਨੂੰ ਤੁਸੀਂ ਬਿੱਲ ਦਾ ਖਰੜਾ ਦਿਓ, ਅਸੀਂ ਪਾਰਲੀਮੈਂਟ ਦੇ ਵਿੱਚ ਉਹਨੂੰ ਪਾਸ ਕਰਾ ਕੇ ਆਲ ਇੰਡੀਆ ਗੁਰਦੁਆਰਾ ਐਕਟ ਬਣਵਾ ਦੇਾਂਗੇ। ਓਕੇ। ਬੜਾ ਐਮੀਕੇਬਲੀ ਔਰ ਬੜਾ ਸਮੂਥਲੀ ਉਹ ਬਿੱਲ ਦਾ ਖਰੜਾ ਪੇਸ਼ ਕਰ ਦਿੱਤਾ ਗਿਆ, ਟਾਈਪ ਕਰਵਾ ਕੇ ਪਾਰਲੀਮੈਂਟ ਦੇ ਵਿੱਚ ਉਹ ਦਰਜ ਕਰ ਲਿਆ ਗਿਆ। ਦਰਜ ਕਰਨ ਦਾ ਮਤਲਬ ਹੈ ਆਉਣ ਵਾਲੇ ਠੀਕ ਸਮੇਂ ਤੇ, ਨਿਯਤ ਸਮੇਂ ਤੇ ਪੂਰੀ ਬਾਕਾਇਦਗੀ ਨਾਲ ਇਸ ਬਿੱਲ ਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਠੀਕ ਹੈ ਨਾ। ਉਰੇ ਤੱਕ ਪਹੁੰਚ ਗਿਆ ਖਰੜਾ। ਇਹ ਬਿੱਲ ਇੱਥੇ ਤੱਕ ਪਹੁੰਚ ਗਿਆ ਕਿ ਪਾਰਲੀਮੈਂਟ ਦੀ ਟੇਬਲ ਤੇ ਜਿੱਥੇ ਵੀ ਉਹ ਟਿਕਦਾ ਹੁੰਦਾ ਹੈ, ਭਾਵੇਂ ਸਪੀਕਰ ਦੀ ਟੇਬਲ ਤੇ, ਭਾਵੇਂ ਕਿਸੇ ਵੀ ਟੇਬਲ ਤੇ, ਜਿੱਥੇ ਵੀ ਉਹ ਮਸਲੇ ਟਿਕਦੇ ਹੁੰਦੇ ਨੇ ਜਿਨ੍ਹਾਂ ਨੂੰ ਪੇਸ਼ ਕਰਨਾ ਹੁੰਦਾ ਹੈ, ਉੱਥੇ ਇਹ ਬਿੱਲ ਟਿਕ ਗਿਆ। ਮਤਲਬ ਆਫੀਸ਼ੀਅਲ ਕਾਰਵਾਈ ਦੇ ਵਿੱਚ ਪੈ ਗਿਆ ਸੀ। ਮੀਨਵਾਈਲ ਇਤਨੇ ਨੂੰ ਮੁਰਾਰਜੀ ਦੇਸਾਈ ਦੀ ਸਰਕਾਰ ਵਿੱਚ ਗੜਬੜ ਪੈਦਾ ਹੋ ਗਈ। ਲੀਡਰਸ਼ਿਪ ਦੀ ਤਬਦੀਲੀ ਹੋ ਗਈ। ਮੁਰਾਰਜੀ ਦੇਸਾਈ ਨੂੰ ਬਦਲਾਉਣਾ ਪੈ ਗਿਆ।
मतलब 2.5 ਸਾਲ ਇਹ ਗੌਰਮੈਂਟ ਚੱਲੀ ਸੀ, ਰਾਮ ਰੌਲੇ ਦੇ ਵਿੱਚ ਬਿੱਲ ਜਾਂ ਜਾਣਬੁੱਝ ਕੇ ਨਹੀਂ ਪੇਸ਼ ਕੀਤਾ ਗਿਆ ਜਾਂ ਮੌਕਾ ਨਹੀਂ ਮਿਲਿਆ। ਇਹਦੀ ਮੈਨੂੰ ਡਿਟੇਲ 'ਚ ਜਾਣਕਾਰੀ ਨਹੀਂ ਹੈ। ਗੱਲ ਟਲਦੀ 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 ਟਲ ਗਈ। ਮੁਰਾਰਜੀ ਦੇਸਾਈ ਵੀ ਲੈ ਗਿਆ ਪ੍ਰਧਾਨ ਮੰਤਰੀ ਤੋਂ। ਫਿਰ ਸ਼ਾਇਦ ਕਾਂਗਰਸ ਦੀ ਮਦਦ ਨਾਲ ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਕੁਝ ਸਮੇਂ ਲਈ ਬਣ ਗਿਆ ਸੀ। ਤੁਹਾਨੂੰ ਯਾਦ ਹੈ ਨਾ, ਕੁਝ ਸਮੇਂ ਲਈ 11 ਕੁ ਮਹੀਨਿਆਂ ਲਈ ਬਣ ਗਿਆ ਸੀ। ਚੌਧਰੀ ਚਰਨ ਸਿੰਘ ਦੀ ਅਕਾਲੀਆਂ ਨੇ ਸਪੋਰਟ ਨਹੀਂ ਕੀਤੀ। ਮੈਂ ਸਮਝਦਾ ਕਿਉਂਕਿ ਉਹਦੀ ਸਪੋਰਟ ਨਹੀਂ ਕੀਤੀ, ਉਹਨੇ ਕੋਈ ਇੰਟਰਸਟ ਨਹੀਂ ਲਿਆ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ। ਇਹ ਟਾਈਮ ਐ ਲੰਘ ਗਿਆ, ਠੀਕ ਹੈ ਨਾ। ਤੇ ਫਿਰ ਫਿਰ ਉਹ ਟੁੱਟ ਗਿਆ, ਮਤਲਬ ਉਹਦੀ ਸਪੋਰਟ ਵਾਪਸ ਲੈ ਲਈ ਚੌਧਰੀ ਚਰਨ ਸਿੰਘ ਦੀ। ਇਸੇ ਗੜਬੜ ਦੇ ਵਿੱਚ 1977 ਤੋਂ ਲੈ ਕੇ 1982 ਤੱਕ ਦੇ 5 ਸਾਲ ਲੰਘ ਗਏ। ਇਹ ਬਦਕਿਸਮਤੀ ਸੀ ਸਿੱਖਾਂ ਦੀ ਕਿ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਨੂੰ ਪਾਸ ਨਹੀਂ ਕਰਵਾ ਸਕੇ। ਕਿਹਦਾ ਕਸੂਰ ਸੀ ਕਿਹਦਾ ਨਹੀਂ ਸੀ ਮੈਨੂੰ ਇਹਦੇ ਬਾਰੇ ਬਹੁਤਾ ਪਤਾ ਨਹੀਂ। 1982 ਦੇ ਵਿੱਚ ਫੇਰ ਚੋਣਾਂ ਹੋਈਆਂ, ਫੇਰ ਕਾਂਗਰਸ ਜਿੱਤ ਗਈ। ਓਕੇ, ਕਾਂਗਰਸ ਦਾ ਮਤਲਬ ਵੀ ਕੋਈ ਨਹੀਂ ਸੀ ਮਤਲਬ ਗੁਰਦੁਆਰਾ ਐਕਟ ਨੂੰ ਪਾਸ ਕਰਨ ਦਾ। ਉਹ ਜਿਹੜੀ ਜਨਤਾ ਪਾਰਟੀ ਸੀ ਉਹ ਹਾਰ ਗਈ ਤੇ ਫਿਰ ਆਪਰੇਸ਼ਨ ਬਲੂ ਸਟਾਰ ਹੋ ਗਿਆ, ਸਾਰਾ ਕੁਝ ਹੋ ਗਿਆ, ਬੜਾ ਬੁਰਾ, ਬਹੁਤ ਮਤਲਬ ਉਹ ਉੱਪਰ ਥਲ ਹੋ ਗਈ ਤੇ ਸਾਰਾ ਕੁਝ ਹੀ ਡਾਮਾਡੋਲ ਹੋ ਗਿਆ। ਉੱਪਰਲੀ ਨੀਚੇ ਹੋ ਗਈ, ਨਿਚਲੀ ਉੱਪਰ ਹੋ ਗਈ ਤੇ ਮਤਲਬ ਕੋਈ ਕਿਧਰੇ ਬਿੱਲ ਗਿਆ, ਕਿਧਰੇ ਅਕਾਲੀ ਗਏ, ਸਭ ਕੁਝ ਮਤਲਬ ਉਹਦਾ ਕੰਮੇ ਪੁੱਠਾ ਪੈ ਗਿਆ। ਸਾਰਾ ਪ੍ਰੋਸੈਸ ਹੀ ਵਿਗੜ ਗਿਆ, ਸਾਰਾ ਪ੍ਰੋਸੈਸ ਹੀ ਵਿਗੜ ਗਿਆ। ਚਲਦੇ 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 ਇਹ ਖੁੰਝੇ ਲੈਣ ਲੱਗਿਆ ਰਿਹਾ ਗੁਰਦੁਆਰਾ ਬਿੱਲ। ਪਤਾ ਨਹੀਂ ਕਿਹੜੇ ਖੁੰਝੇ ਲੈਣ ਲੱਗਿਆ ਰਿਹਾ, ਕਿਸੇ ਨੇ ਚੁੱਕਿਆ ਹੀ ਨਹੀਂ, ਨਾ ਕਿਸੇ ਨੇ ਚੁਕਵਾਇਆ, ਕਿਉਂਕਿ ਮਾਹੌਲ ਨਹੀਂ ਹੈਗਾ ਸੀ। ਉਹੋ ਜਿਹਾ ਮਾਹੌਲ ਬਣ ਹੀ ਨਹੀਂ ਸਕਿਆ ਜਿਹੜਾ 1977 ਤੋਂ ਲੈ ਕੇ 80-81 ਤੱਕ ਜਿਹੜਾ ਬਣਿਆ ਸੀ। ਫਿਰ ਭਾਈ ਚੌੜੇ ਦਾ ਜ਼ੋਰ ਘਟ ਗਿਆ 1999 ਦੇ ਪਿੱਛੋਂ। ਟੌੜੇ ਦਾ ਜ਼ੋਰ ਐਸਾ ਘਟਿਆ ਕਿ ਅਕਾਲੀ ਦਲ ਤੇ ਵੀ ਬਾਦਲ ਦਾ ਕਬਜ਼ਾ ਹੋ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਬਾਦਲ ਦਾ ਕਬਜ਼ਾ ਹੋ ਗਿਆ, ਅਕਾਲ ਤਖਤ ਤੇ ਵੀ ਬਾਦਲ ਦਾ ਕਬਜ਼ਾ ਹੋ ਗਿਆ। 10 ਸਾਲਾਂ ਦੀ ਜਿਹੜੀ ਗੌਰਮੈਂਟ ਬਣੀ ਪੰਜਾਬ ਦੇ ਵਿੱਚ ਅਕਾਲੀਆਂ ਦੀ, ਇਸ 10 ਸਾਲਾਂ ਨੇ ਪੰਥ ਦੀਆਂ ਜੜ੍ਹਾਂ ਨੂੰ ਐਸਾ ਕੱਟਤਾ ਅਕਾਲੀਆਂ ਦੀ ਗੌਰਮੈਂਟ ਨੇ। ਪੰਥਕ ਜੜ੍ਹਾਂ ਦੀ ਪੰਥ ਦੀਆਂ ਜੜ੍ਹਾਂ ਨੂੰ ਐਸਾ ਆਰਾ ਫੇਰਿਆ, ਐਸੀ ਆਰੀ ਫੇਰੀ, ਐਸਾ ਤੇਲ ਦਿੱਤਾ ਕਿ ਪੰਥ ਦੀਆਂ ਗੱਲਾਂ ਰਹੀਆਂ ਹੀ ਨਹੀਂ ਸਾਹਮਣੇ ਗੱਲਾਂ ਹੀ ਸਾਡੀਆਂ ਪੰਜਾਬੀ ਪਾਰਟੀ ਦੀਆਂ ਹੋਣ ਲੱਗ ਗਈਆਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਬੇਅਦਬੀਆਂ ਦੀਆਂ ਨੇ ਤਾਂ ਮਤਲਬ ਕਮਾਲ ਹੀ ਕਰ ਦਿੱਤੀ, ਮਿਸਾਲਾਂ ਹੀ ਖਤਮ ਕਰ ਦਿੱਤੀਆਂ। ਸਾਰਾ ਢਾਂਚਾ ਹੀ ਵਿਗੜ ਗਿਆ, ਕਿਧਰੀ ਗਿਆ। ਪੰਥਕ ਜਿੱਥੇ ਪੰਥ ਦੀਆਂ ਜੜ੍ਹਾਂ ਨੂੰ ਤੇਲ ਦੇਣਾ ਸ਼ੁਰੂ ਹੋ ਗਿਆ, ਉੱਥੇ ਬਿੱਲ ਨੂੰ ਕੌਣ ਪੁੱਛਦਾ ਹੈ? ਇੱਥੇ ਪਹੁੰਚ ਕੇ ਜਿਹੜੀ ਮੈਂ ਗੱਲ ਕਰਨ ਲੱਗਿਆ, ਜਦੋਂ ਬਾਦਲ ਪਰਿਵਾਰ ਦਾ ਪੂਰਾ ਕਬਜ਼ਾ ਹੋ ਗਿਆ ਸਾਰੀਆਂ ਸੰਸਥਾਵਾਂ ਤੇ, ਅਕਾਲੀ ਦਲ ਤੇ, ਸ਼੍ਰੋਮਣੀ ਕਮੇਟੀ ਤੇ, ਬਾਦਲ ਪਰਿਵਾਰ ਨੇ ਸਭ ਤੋਂ ਪਹਿਲੀ ਗੱਲ ਇਹ ਕੀਤੀ ਕਿ ਜਿਹੜਾ ਬਿੱਲ ਪੇਸ਼ ਹੋਇਆ ਸੀ ਪਾਰਲੀਮੈਂਟ ਦੇ ਵਿੱਚ, ਇਹਨੂੰ ਐਸੇ ਖੂਹ ਖਾਤੇ ਵਿੱਚ ਡਗਵਾ ਦਿੱਤਾ ਨਾ ਕਿ ਜਿਹਨੂੰ ਡਿਗੇ ਹੋਏ ਨੂੰ ਵੀ ਨਾ ਕੋਈ ਕੱਢ ਕੇ ਲਿਆ ਸਕੇ। ਅੱਜ ਪਤਾ ਹੀ ਨਹੀਂ ਲੱਗਦਾ। ਮੈਂ ਅਨੇਕਾਂ ਸੱਜਣਾ ਤੋਂ ਪੁੱਛ ਚੁੱਕਿਆ, ਉਹ ਜਿਹੜਾ ਬਿੱਲ ਪੇਸ਼ ਹੋਇਆ ਸੀ 1980 ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ ਦੇ ਰਾਹੀਂ ਤਿਆਰ ਕਰਕੇ ਪੇਸ਼ ਕਰਵਾਇਆ ਸੀ, ਉਹ ਕਿੱਥੇ ਜੇ ਪਿਆ? ਕਿਸੇ ਨੂੰ ਪਤਾ ਹੀ ਨਹੀਂ। 25 ਸਾਲਾਂ ਤੋਂ ਇਹਨਾਂ ਦੀ ਸੈਂਟਰ ਦੇ ਵਿੱਚ ਨੁਮਾਇੰਦਗੀ ਚਲੀ ਆ ਰਹੀ ਹੈ ਅਕਾਲੀਆਂ ਦੀ। ਕੈਬਨਿਟ ਮੰਤਰੀ ਵੀ ਚਲਿਆ ਆ ਰਿਹਾ, ਦੂਜਾ ਮੰਤਰੀ ਵੀ ਚਲਿਆ ਆ ਰਿਹਾ, ਪਾਰਲੀਮੈਂਟ ਦੇ ਵਿੱਚ ਵੀ ਇਹਨਾਂ ਦੇ ਮੈਂਬਰ ਚਲੇ ਆ ਰਹੇ ਨੇ। ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਉਹ ਜਿਹੜਾ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦਾ ਬਿੱਲ ਕਿਤੋਂ ਦਾ ਭਾਲ ਲੈਣ ਕਿਤੋਂ ਤਾਂ। ਇਹਨਾਂ ਦੇ ਮਿਨਿਸਟਰ ਲਗਾਤਾਰ ਕੈਬਨਿਟ 'ਚ ਰਹੇ ਨੇ, ਉਹ ਆਪ ਹੀ ਭਾਲ ਲਵੇ। ਉਹ ਆਪਦੇ ਹੋਮ ਮਿਨਿਸਟਰ ਨੂੰ ਕਹਿ ਦੇਵੇ ਭਾਈ ਉਹ ਲੱਭ ਲਓ, ਆਪਾਂ ਪੇਸ਼ ਕਰੀਏ। ਐਕਚੁਅਲੀ ਇਹਨੂੰ ਬੰਦ ਕਰਵਾਉਣ ਦੇ ਵਿੱਚ, ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਨੂੰ ਬੰਦ ਕਰਵਾਉਣ ਦੇ ਵਿੱਚ, ਢੱਠੇ ਖੂਹ ਦੇ ਵਿੱਚ ਸਿੱਟਣ ਦੇ ਵਿੱਚ, ਮਿੱਟੀ ਘੱਟੇ ਵਿੱਚ ਖਤਮ ਕਰਨ ਦੇ ਵਿੱਚ ਬਾਦਲ ਪਰਿਵਾਰ ਦਾ ਸਭ ਤੋਂ ਵੱਡਾ ਰੋਲ ਹੈ। ਬਾਦਲ ਪਰਿਵਾਰ ਨੂੰ ਇਹ ਭਿਣਕ ਪੈ ਗਈ ਸੀ
ਜਾਂ ਕਿਸੇ ਨੇ ਉਹਦੇ ਦਿਮਾਗ ਵਿੱਚ ਇਹ ਭਿਣਕ ਪਾਤੀ ਸੀ ਕਿ ਜੇ ਤੁਸੀਂ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾ ਲਿਆ ਤਾਂ ਉੱਥੇ ਤਾਂ ਸਾਰੇ ਹਿੰਦੁਸਤਾਨ ਦੇ ਸਿੱਖਾਂ ਦੇ ਚੁਣੇ ਹੋਏ ਨੁਮਾਇੰਦੇ ਆਉਣਗੇ, ਤੁਹਾਡਾ ਤਾਂ ਕਬਜ਼ਾ ਹੀ ਨਹੀਂ ਰਹਿਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ। ਹੁਣ ਤੁਹਾਡਾ ਪੂਰਾ ਕਬਜ਼ਾ ਹੈ, ਅਕਾਲ ਤਖਤ ਵੀ ਹੁਣ ਇਹਦੇ ਕਬਜ਼ੇ ਵਿੱਚ ਹੈ, ਸ਼੍ਰੋਮਣੀ ਕਮੇਟੀ ਦੇ ਕਬਜ਼ੇ ਵਿੱਚ, ਉਹ ਤੁਹਾਡੇ ਕਬਜ਼ੇ ਵਿੱਚ ਹੈ। ਇਸ ਕਰਕੇ ਅਕਾਲ ਤਖਤ ਵੀ, ਤਖਤ ਕੇਸਗੜ੍ਹ ਵੀ ਤੁਹਾਡੇ ਕਬਜ਼ੇ ਵਿੱਚ ਹੈ। ਜਿਸ ਤਰ੍ਹਾਂ ਮਰਜ਼ੀ ਗੱਲਾਂ ਕਰਵਾਈ ਜਾਓ। ਫਿਰ ਉਹ ਆਲ ਇੰਡੀਆ ਜਿਹੜਾ ਗੁਰਦੁਆਰਾ ਐਕਟ ਬਣੂਗਾ, ਫਿਰ ਇਹ ਕਮੇਟੀ ਬਹੁਤ ਵੱਡੇ ਮੈਂਬਰਾਂ ਦੀ ਹੋ ਜਾਏਗੀ। ਪੰਜਾਬ ਤੋਂ ਬਾਹਰਲੇ ਮੈਂਬਰ ਜ਼ਿਆਦਾ ਆ ਜਾਣਗੇ, ਤੁਹਾਡੇ ਮੈਂਬਰ ਘਟ ਜਾਣਗੇ, ਤੁਸੀਂ ਆਪਦਾ ਕਬਜ਼ਾ ਕਿਵੇਂ ਕਰੋਗੇ? ਇਹਨਾਂ ਦੇ ਦਿਮਾਗ 'ਚ ਐਸੀ ਗੱਲ ਵਸੀ ਬਾਦਲ ਪਰਿਵਾਰ ਦੇ, ਇਹਨਾਂ ਨੇ ਉਹਦਾ ਤੁਖਮ ਹੀ ਮਟਿਆਤਾ। ਤੁਸੀਂ ਕਿਤੇ, ਤੁਹਾਡਾ ਕੰਮ ਪੱਤਰਕਾਰੀ ਦਾ ਹੈ ਸੁਖਵਿੰਦਰ, ਤੁਸੀਂ ਕਿਸੇ ਅਕਾਲੀ ਐਮਪੀ ਨੂੰ ਜਾਂ ਕਿਸੇ ਅਕਾਲੀ ਸੀਨੀਅਰ ਲੀਡਰ ਨਾਲ ਤੁਸੀਂ ਇੰਟਰਵਿਊ ਕਰਕੇ ਤਾਂ ਪੁੱਛਿਓ ਕਿ ਉਹ ਜਿਹੜਾ ਐਕਟ, ਆਲ ਇੰਡੀਆ ਗੁਰਦੁਆਰਾ ਐਕਟ ਦਾ ਬਿੱਲ ਹਰਵੰਸ ਸਿੰਘ ਕਮਿਸ਼ਨ ਨੇ ਪਾਸ ਕੀਤਾ ਸੀ ਤੇ ਪਾਰਲੀਮੈਂਟ 'ਚ ਪੇਸ਼ ਹੋ ਗਿਆ, ਹੁਣ ਉਹ ਕਿੱਥੇ ਪਿਆ? ਪੁੱਛੋ ਤਾਂ ਸੋਈ ਉਹਨਾਂ ਨੂੰ ਤੁਸੀਂ। ਜੀ 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 ਜੀ। ਸੋ ਇਹ ਭਾਈ ਮਿੱਟੀ ਘੱਟੇ 'ਚ ਰੋਲਤਾ। ਉਹ ਬੜੀ ਸੋਹਣੀ ਤਰ੍ਹਾਂ ਤਿਆਰ ਹੋਇਆ ਸੀ, ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ। ਸਾਨੂੰ ਤਾਂ ਉਮੀਦਾਂ ਆਏ ਸੀਆਂ ਵੀ ਹੁਣ ਇਸ ਸਾਲ ਦੇ ਵਿੱਚ ਵੀ ਹੋ ਜਾਏਗਾ, ਇਸ ਸਾਲ ਦੇ ਵਿੱਚ ਵੀ ਹੋ ਜਾਏਗਾ। ਹੁੰਦਾ ਹੁੰਦਾ ਸਭ ਕੁਝ ਹੀ ਖਤਮ ਹੋ ਗਿਆ ਭਾਈ। ਇਹ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਹੱਡ ਬੀਤੀ ਹੈ ਕਿ ਉਹਦੇ ਨਾਲ ਕੀ ਹੋਇਆ, ਕੀ ਨਹੀਂ ਹੋਇਆ। ਇਹ ਗੁਰਦੁਆਰਾ ਐਕਟ ਦੀ ਗੱਲ ਹੈ ਵਰਤਮਾਨ ਹੁਣ। ਜੇ ਕੋਈ ਅਕਾਲੀ ਹੈ, ਕੋਈ ਪੰਥਕ ਹਿੱਤਾਂ ਦੀ ਹਮਾਇਤ ਕਰਨ ਵਾਲਾ, ਪੰਥਕ ਹਿੱਤਾਂ ਦਾ ਦਰਦੀ ਜੇ ਕੋਈ ਹੈ, ਮੈਂ ਬੀਬੀ ਜਗੀਰ ਕੌਰ ਨੂੰ ਵੀ ਅਪੀਲ ਕਰਦਾ, ਜੇ ਪ੍ਰਮਾਤਮਾ ਨੇ ਉਹਨਾਂ ਦੀ ਕਿਸਮਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਉਹਨਾਂ ਨੂੰ ਦੇ ਦਿੱਤੀ, ਜਿਤਾ ਦਿੱਤੀ ਪੰਥ ਨੇ, ਤਾਂ ਪੰਥ ਦਾ ਅਹਿਸਾਨ ਮੰਨਦੇ ਹੋਏ ਉਹ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਨੂੰ ਕਢਵਾਉਣ, ਉੱਥੋਂ ਉਹਨੂੰ ਪਾਸ ਕਰਵਾਉਣ। ਤੁਹਾਡਾ ਬਹੁਤ ਵੱਡਾ ਅਹਿਸਾਨ ਹੋਏਗਾ। ਮੈਂ ਧਾਮੀ ਸਾਹਿਬ ਨੂੰ ਵੀ ਅਪੀਲ ਕਰਦਾ, ਅਗਰ ਵਾਹਿਗੁਰੂ ਨੇ ਤੁਹਾਨੂੰ ਪ੍ਰਧਾਨ ਬਣਾ ਦਿੱਤਾ, ਉਹਨਾਂ ਵੋਟਰਾਂ ਨੇ ਤੁਹਾਨੂੰ ਪ੍ਰਧਾਨਗੀ ਬਖਸ਼ ਦਿੱਤੀ, ਤਾਂ ਧਾਮੀ ਸਾਹਿਬ ਤੁਸੀਂ ਵੀ ਕਿਰਪਾ ਕਰਿਓ, ਪ੍ਰਧਾਨ ਬਣ ਕੇ ਆਪਦੀ ਪਹਿਲੀ ਡਿਊਟੀ ਸਮਝਿਓ ਕਿ ਤੁਸੀਂ ਭਾਰਤ ਦੀ ਪਾਰਲੀਮੈਂਟ ਵੱਲੋਂ ਜੋ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਪਾਸ ਕਰਨ ਦਾ ਬਿੱਲ ਪੇਸ਼ ਕੀਤਾ ਹੋਇਆ ਸੀ, ਜੇ ਆਪਣੀ ਹਿੰਮਤ ਕਰਵਾ ਕੇ ਤੁਸੀਂ ਉਹ ਪਾਸ ਕਰਵਾ ਲਓ, ਤੁਹਾਡਾ ਬਹੁਤ ਵੱਡਾ ਅਹਿਸਾਨ ਹੋਏਗਾ। ਸੋ ਇੰਨੀਆਂ ਗੱਲਾਂ ਨਾਲ ਭਾਈ ਸੁਖਵਿੰਦਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿੱਖ ਵਿਦਵਾਨ ਪ੍ਰੋਫੈਸਰ ਸੁਖਦਿਆਲ ਸਿੰਘ। ਅਖੀਰ ਦੇ ਵਿੱਚ ਜੋ ਖਾਸ ਗੱਲ ਕਿ ਆਲ ਇੰਡੀਆ ਗੁਰਦੁਆਰਾ ਐਕਟ, ਹੁਣ ਦੇਖਦੇ ਹਾਂ, ਗੱਲ ਤਾਂ ਅਕਾਲੀ ਸਭਾ ਦੇ ਵਿੱਚ ਵੀ ਇਹ ਪਹੁੰਚ ਜਾਣੀ ਆ ਕਿ ਉਸ ਐਕਟ ਦੇ ਲਈ ਬਾਦਲ ਪਰਿਵਾਰ ਨੇ ਕੀ ਕੀਤਾ ਜਾਂ ਅੱਜ ਉਹਦੇ ਲਈ ਕੀ ਕਰਨਾ ਚਾਹੀਦਾ, ਇਸ ਤੇ ਨਜ਼ਰ ਰਹੇਗੀ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।